ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ। ਸਚੇ ਰਤਾ ਸਚ ਬੋਲ ਕਿਤਾਬ ਜੋ ਕਹਿ ਰਹਿ ਗਨ ਸੁਣਾਵੇ, ਕੌਣ ਕਿਮ ਪਾਵੇ, ਕਹਿੰਦੇ ਸੁਣੀ ਨਿਤ ਸੇ ਪਕ ਸੁਹਾਵੇ। ਅੰਗੁਜ ਸਾਹਿਬੋ ਸਚ ਪੂਰੇ ਗੁਰੇ ਉਪਦੇਸਿਆ, ਸਚ ਪੂਰੇ ਗੁਰੇ ਉਪਦੇਸਿਆ, ਨਾਨਕ ਸੁਣਾਵੇ ਸਚ ਪੂਰੇ ਗੁਰੇ ਉਪਦੇਸਿਆ, ਸਚ ਪੂਰੇ ਗੁਰੇ ਉਪਦੇਸਿਆ, ਸਚ ਪੂਰੇ ਗੁਰੇ ਉਪਦੇਸਿਆ, ਨਾਨਕ ਸੁਣਾਵੇ। ਕਿੱਥੋਂ ਕਹਿ ਰਹਿ ਕਹਿ ਮੈਂ ਸਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਕਹਿ ਧਿਆਨ ਸੁਨਤ ਸੇ ਪਗ ਸੁਹਾਵੇ, ਅਗਮ ਗੋਚਰ ਸਾਹਿਬੋ ਦੁਸ ਲਵਨ ਲਾਵੇ। ਸੱਚ ਪੂਰੇ ਗੁਰ ਉਪਦੇਸਿਆ, ਨਾਨਕ ਸੁਨਾਵੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਅਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ, ਸਿਮਰੋ ਅੰਗਦ ਗੁਰ ਅਮਰਦਾਸ। ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ, ਗੁਰੂ ਅਰਜਨ ਬਿਘਨਨ ਕੇ, ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਏ ਨਮੋ ਕਰ, ਨਮੋ
ਸ੍ਰੀ ਹਰਿ ਕ੍ਰਿਸ਼ਨ ਮਨਾਉ, ਤੇਗ ਬਹਾਦਰ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬੇਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ, ਬਾਨ ਜੇ ਸਰਬ ਬਿਕਾਰ, ਕਰਤੇ ਓਟ ਬਚਾਏ ਕੈ, ਕਹੋ ਕਥਾ ਸੁਖ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਣ ਦੀਨ ਦਿਆਲ ਭਗਤ ਵਛਲ, ਅਨਾਥ ਨਾਥ ਜਗਤ ਗੁਰੂ। ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਅਸਮਾਦ ਜੈਸੇ ਜੀਵਾਂ ਦੇ ਉਧਾਰ ਕਰਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੂਖਮ ਮੰਡਲ ਦੇ ਵਰਤਾਰੇ 'ਚ ਵਰਤ ਰਹੇ ਨੇ। ਸਾਡੇ ਸਰੀਰ ਸਥੂਲ ਹਨ, ਅਸਥੂਲ ਸਰੀਰ ਦੀ ਪਕੜ ਕੇਵਲ ਸਥੂਲ ਵਸਤੂਆਂ ਤੱਕ ਹੈ। ਸੂਖਮ ਮੰਡਲ ਦੇ ਵਰਤਾਰੇ 'ਚ ਕਿੰਨਾ ਕੁਝ ਵਰਤ ਰਿਹਾ ਹੈ, ਉਹਦੇ ਕੁਝ ਅੰਸ਼ਾਂ ਬਾਰੇ ਅਸੀਂ ਜਾਣਦੇ ਹਾਂ, ਪਰ ਸੰਪੂਰਨ ਰੂਪ ਦੇ ਵਿੱਚ ਉਸ ਦਾ ਬੋਧ ਨਹੀਂ ਹੈ। ਸਾਧਕ ਸਾਧਨਾ ਕਰਕੇ ਜਦੋਂ ਆਪਣੀ ਸੁਰਤ ਨੂੰ ਇਤਨਾ ਸੂਖਸ਼ਮ ਕਰ ਲੈਂਦਾ ਹੈ ਤਾਂ ਸੂਖਸ਼ਮ ਕਰਨ ਤੋਂ ਬਾਅਦ ਅੱਖਾਂ ਤੋਂ ਬਿਨਾਂ ਵੇਖਣ ਦੀ ਤਾਕਤ ਉਹਦੇ ਅੰਦਰ ਸਮਰੱਥਾ ਪੈਦਾ ਹੋ ਜਾਂਦੀ ਹੈ। ਪੈਰਾਂ ਬਿਨਾਂ ਚੱਲਣ ਦੀ, ਕੰਨਾਂ ਬਿਨਾਂ ਸੁਣਨ ਦੀ, ਇਹ ਉਹ ਸੂਖਮ ਖੇਡ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਥੂਲ ਤੇ ਸੂਖਮ ਸਾਰਾ ਪਸਾਰਾ ਪੈਦਾ ਕੀਤਾ। ਇਹ ਸਥੂਲ ਮੰਡਲ ਵੀ ਗੁਰੂ ਨਾਨਕ ਸਾਹਿਬ ਦਾ ਸਿਰਜਿਆ ਹੋਇਆ, ਸੂਖਮ ਮੰਡਲ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿਰਜਿਆ ਹੋਇਆ। ਕਰੋੜਾਂ ਬ੍ਰਹਮੰਡਾਂ ਦੇ ਠਾਕੁਰ ਨੇ ਗੁਰੂ ਨਾਨਕ ਸਾਹਿਬ। ਸਾਡੀ ਜਿੱਥੇ ਤੱਕ ਗਮਤਾ ਨਹੀਂ ਹੈ, ਸੁਰਤ ਵੀ ਜਿੱਥੇ ਤੱਕ ਨਹੀਂ ਜਾ ਸਕਦੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਤੱਕ ਵੀ ਗਏ ਨੇ। ਸੂਖਮ ਮੰਡਲ ਦੇ ਵਰਤਾਰੇ ਵਿੱਚ ਅੱਜ ਵੀ ਮਹਾਰਾਜ ਭਗਤ ਧਰੂ ਜੀ, ਭਗਤ ਪ੍ਰਹਿਲਾਦ ਜੀ ਜੈਸੇ ਮਹਾਂਪੁਰਸ਼ ਹਾਜ਼ਰ ਨੇ। ਜੁਗਾਂ ਪਹਿਲਾਂ ਗੋਰਖਨਾਥ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਵੀ ਸੈਂਕੜੇ ਸਾਲ ਪਹਿਲੋਂ ਹੋਇਆ, ਉਹ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਹੈ। ਉਹਦੇ ਨਾਲ ਦੇ 84 ਸਿੱਧ ਸਤਿਗੁਰਾਂ ਨਾਲ ਗੋਸ਼ਟੀ ਕਰਦੇ ਹੈ।
ਕਿਉਂਕਿ ਸੂਖਮ ਮੰਡਲ ਦੇ ਵਰਤਾਰੇ ਵਿੱਚ ਉਹ ਅੱਜ ਵੀ ਵਰਤ ਰਹੇ ਨੇ। ਸਾਡੀ ਉਹਨਾਂ ਤੱਕ ਗੰਮਿਅਤਾ ਨਹੀਂ, ਇਸ ਕਰਕੇ ਅਸੀਂ ਸ਼ੰਕਾਗ੍ਰਸਤ ਹੋ ਜਾਂਦੇ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੂਖਮ ਮੰਡਲ ਦੇ ਵਿੱਚ ਵਰਤਦਿਆਂ ਭਗਤ ਪ੍ਰਹਿਲਾਦ ਜੀ ਪਾਸ ਪਹੁੰਚੇ ਨੇ। ਭਗਤ ਪ੍ਰਹਿਲਾਦ ਜੀ ਨਾਲ ਵਾਰਤਾ ਹੋਈ ਹੈ, ਉੱਥੋਂ ਚੱਲੇ ਹਨ। ਰਸਤੇ ਵਿੱਚ ਭਾਈ ਬਾਲਾ ਮਰਦਾਨਾ ਜੀ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਇਹ ਜਿਹੜੇ ਦਾਨਵ ਪੈਦਾ ਹੋਏ ਨੇ ਰਾਖਸ਼, ਹਰਨਾਕਸ਼ ਤੇ ਉਹਦਾ ਭਰਾ ਹਿਰਨਿਆ ਕਸ਼ਪ, ਇਹ ਕਿਵੇਂ ਪੈਦਾ ਹੋਏ? ਇਹਨਾਂ ਦਾਨਵਾਂ ਦੀ ਉਤਪਤੀ ਕਿਵੇਂ ਹੋਈ? ਕੋਈ ਕਾਰਨ ਤਾਂ ਹੋਇਆ ਹੋਵੇਗਾ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਪੁਰਾਣਕ ਮਤ ਹੈ, ਹਿੰਦੁਸਤਾਨ ਦੇ ਵਿੱਚ ਇੱਕ ਪੁਰਾਣਕ ਮਤ ਚੱਲਦਾ ਹੈ, ਪੁਰਾਣਾਂ ਦੇ ਆਧਾਰ ਦੇ ਉੱਤੇ ਬਹੁਤ ਕੁਝ ਲਿਖਿਆ ਗਿਆ ਹੈ। ਉਸ ਪੁਰਾਣਕ ਮਤ ਦੇ ਵਿੱਚ ਪੁਰਾਣਾਂ ਵਿੱਚ ਕੀ ਕਿਹਾ ਗਿਆ ਵੀ ਇਹ ਦਾਨਵ ਕਿਵੇਂ ਪੈਦਾ ਹੋਏ ਨੇ, ਉਹ ਕਥਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪੁਰਾਣਾਂ ਦੇ ਅਨੁਸਾਰ ਦੱਸ ਰਹੇ ਨੇ। ਜ਼ਰੂਰੀ ਨਹੀਂ ਕਿ ਆਪਣੀ ਸਹਿਮਤੀ ਜਾਂ ਅਸਹਿਮਤੀ ਇਹਦੇ ਨਾਲ ਪ੍ਰਗਟ ਕਰਨੀ ਹੈ। ਹਾਂ, ਪੁਰਾਣਾਂ ਵਿੱਚ ਕੀ ਲਿਖਿਆ ਉਹ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਵੀ ਵਿਸਥਾਰ ਕਰਕੇ ਸਾਨੂੰ ਆਪਣੀ ਬਾਣੀ ਵਿੱਚ ਦਸਮ ਗ੍ਰੰਥ ਸਾਹਿਬ ਵਿੱਚ ਦੱਸਿਆ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਆਉਂਦੇ ਹਨ ਜਿਨ੍ਹਾਂ ਦਾ ਜ਼ਿਕਰ ਪੁਰਾਣਾਂ ਵਿੱਚ ਆਉਂਦਾ ਹੈ। ਪੁਰਾਣਾਂ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ, ਜਿਵੇਂ ਮਾਰਕੰਡੇ ਰਿਸ਼ੀ ਦਾ ਜ਼ਿਕਰ ਆਇਆ ਹੈ ਗੁਰਬਾਣੀ ਵਿੱਚ, ਉਹਦਾ ਜ਼ਿਕਰ ਵੀ ਪੁਰਾਣਾਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਨਾਰਾਇਣ ਨਿੰਦਸਕਾਏ ਭੂਲੀ ਗਾਵਾਰੀ, ਦੁਖਰਿਤ ਸੁਖਰਿਤ ਥਾਰੋ ਕਰਮਰੀ, ਭਗਤ ਤਰਲੋਚਨ ਜੀ ਦਾ ਇਹ ਸ਼ਬਦ ਆਪਾਂ ਪੜ੍ਹਦੇ ਸੁਣਦੇ ਹਾਂ, ਸ਼ੰਕਰਾ ਮਸਤਕ ਬਸਤਾ ਲਹੈ ਨਾ ਪਾਰਰੀ। ਇਹ ਸਾਰੀਆਂ ਪੁਰਾਣਕ ਕਥਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਉਦਾਹਰਣ ਵਜੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਪੁਰਾਣਕ ਮਤ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ, ਬਾਨ ਜੇ ਸਰਬ ਬਿਕਾਰ। ਨਵਾਂ ਅਧਿਆਇ ਪ੍ਰਾਰੰਭ ਹੋ ਰਿਹਾ ਹੈ, ਇਸ ਕਰਕੇ ਮਹਾਂਕਵੀ ਜੀ ਮੰਗਲਾਚਰਨ ਕਰਦੇ ਹਨ। ਸ੍ਰੀ ਗੁਰ ਪਗ ਕਰ ਸਿਪਰ ਸਰ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਹਨ ਉਹਨਾਂ ਨੂੰ ਮੈਂ ਸਿਪਰ ਕਹਿੰਦੇ ਨੇ, ਢਾਲ ਬਣਾਉਂਦਾ ਹਾਂ। ਗੁਰੂ ਨਾਨਕ ਸਾਹਿਬ ਦੇ ਚਰਨ ਮੇਰੇ ਵਾਸਤੇ ਢਾਲ ਵਾਂਗੂ ਨੇ। ਔਰ ਬਾਨ ਜੇ ਸਰਬ ਵਿਕਾਰ, ਜਿੰਨੇ ਵਿਕਾਰ ਨੇ, ਚਾਹੇ ਉਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਈਰਖਾ ਹੈ, ਬਖੀਲੀ ਹੈ, ਦਵੈਸ਼ ਹੈ, ਨਿੰਦਾ ਹੈ, ਚੁਗਲੀ ਹੈ, ਇਹ ਜਿਤਨੇ ਵੀ ਵਿਕਾਰ ਨੇ ਇਹ ਤੀਰਾਂ ਦੇ ਸਮਾਨ ਹਨ। ਗੁਰੂ ਨਾਨਕ ਸਾਹਿਬ ਦੇ ਚਰਨ ਮੇਰੇ ਲਈ ਢਾਲ ਵਾਂਗੂ ਨੇ, ਔਰ ਇਹ ਜਿੰਨੇ ਵਿਕਾਰ ਨੇ ਇਹ ਤੀਰਾਂ ਦੇ ਸਮਾਨ ਹਨ। ਕਰਤੇ ਓਟ ਬਚਾਏ ਕੈ, ਕਹੋ ਕਥਾ ਸੁਖ ਸਾਰ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਢਾਲ ਮੂਹਰੇ ਕਰਕੇ ਮੈਂ ਇਹਨਾਂ ਵਿਕਾਰਾਂ ਦੇ ਤੀਰਾਂ ਤੋਂ ਆਪਣਾ ਆਪ ਬਚਾ ਕੇ, ਕਿਉਂਕਿ ਤੀਰ ਤੋਂ ਬਚਣ ਵਾਸਤੇ ਅੱਗੇ ਢਾਲ ਕਰ ਦਈਏ ਤੀਰ ਨਿਸ਼ਫਲ ਹੋ ਜਾਂਦਾ। ਜਦੋਂ ਕਿਸੇ ਵਿਕਾਰ ਦਾ ਤੀਰ ਮੇਰੇ ਵੱਲ ਚੱਲ ਕੇ ਆਵੇ ਤਾਂ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਢਾਲ ਮੂਹਰੇ ਕਰਕੇ ਫਿਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਅੰਮ੍ਰਿਤਮਈ ਕਥਾ ਹੈ ਇਹ ਕਥਾ ਕਹਿੰਦਾ ਹਾਂ, ਇਹ ਕਥਾ ਸੁਣਾਉਂਦਾ ਹਾਂ। ਸ੍ਰੀ ਬਾਲਾ ਸੰਧੂਰ ਵਾਚ ਚੌਪਈ, ਸ਼੍ਰੀ ਅੰਗਦ ਸੁਨ ਕਥਾ ਰਸਾਲਾ। ਇਹ ਗੁਰੂ ਅੰਗਦ ਦੇਵ ਸਾਹਿਬ ਆਪ ਜੀ ਇਹ ਰਸ ਭਰੀ ਕਥਾ ਸਰਵਣ ਕਰੋ। ਇਹ ਗੁਰੂ ਸਾਹਿਬ ਜੀ ਦੀ ਕਥਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ। ਆਪ ਜੀ ਧਿਆਨ ਨਾਲ ਸਰਵਣ ਕਰੋ। ਅਗਰਜ ਗਮਨੇ ਦੀਨ ਦਇਆਲਾ, ਸਪੀਕਰ ਰੱਖ ਦਈਏ ਭਾਈ, ਤੇਰੇ ਅੱਗੇ ਅਰਦਾਸ ਸਪੀਕਰ 'ਚ ਹੀ ਕਰ ਲੈ।
ਸਤਿਗੁਰੂ ਜੀ ਦੀ ਇਹ ਕਥਾ ਹੈ ਭਾਈ, ਰਸ ਭਰੀ ਕਥਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਹ ਕਥਾ ਭਾਈ ਬਾਲਾ ਜੀ ਸੁਣਾਉਂਦੇ ਹਨ। ਕਹਿੰਦੇ ਇਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੇ ਨਾਲ ਮਿਲ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਅੱਗੇ ਚੱਲੇ। ਤਬ ਮਰਦਾਨੇ ਬਚਨ ਉਚਾਰਾ। ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਪੁੱਛਦੇ ਹਨ, ਧਰਿਓ ਪ੍ਰਭੂ ਸ਼ੂਕਰ ਅਵਤਾਰਾ। ਮਹਾਰਾਜ ਜੀ ਪੁਰਾਣਕ ਮਤ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਪਰਮੇਸ਼ਰ ਨੇ, ਭਗਵਾਨ ਵਿਸ਼ਨੂੰ ਨੇ ਬਰਾ ਅਵਤਾਰ ਧਾਰਨ ਕੀਤਾ ਹੈ ਹਿਰਨਾਛਸ ਦਾਨਵ ਹਨ ਕੈਸੇ। ਔਰ ਉਹਨੇ ਹਿਰਨਾ ਕਸ਼ਪ ਨਾਮ ਦਾ ਜਿਹੜਾ ਦਾਨਵ ਸੀ, ਹਰਨਾਕਸ਼ ਦਾ ਭਰਾ, ਉਹਨੂੰ ਮਾਰਿਆ ਸੀ ਬਰਾ ਅਵਤਾਰ ਧਾਰਨ ਕਰਕੇ। ਧਰਨੀ ਆਨੀ ਭਨੀਏ ਤੈਸੇ। ਤੇ ਧਰਤੀ ਉਹਨੂੰ ਧੱਸ ਕੇ ਪੈਰਾਂ ਦੇ ਨਾਲ ਲਤਾੜ ਕੇ ਥੱਲੇ ਲੈ ਗਿਆ ਸੀ ਹਿਰਨਾ ਕਸ਼ਪ। ਇਹ ਪੁਰਾਣਕ ਮਤ ਹੈ ਕਿ ਜਿਹੜਾ ਹਰਨਾਕਸ਼ ਦਾ ਭਰਾ ਆ ਹਿਰਨਾ ਕਸ਼ਪ, ਉਹ ਆਪਣੇ ਪੈਰਾਂ ਦੇ ਵਜਨ ਨਾਲ ਜ਼ਮੀਨ ਨੂੰ ਥੱਲੇ ਲੈ ਗਿਆ ਸੀ ਤੇ ਭਗਵਾਨ ਵਿਸ਼ਨੂੰ ਨੇ ਬਰਾ ਅਵਤਾਰ ਧਾਰਨ ਕਰਕੇ ਹੁੱਡ ਦੇ ਨਾਲ ਧਰਤੀ ਚੁੱਕ ਕੇ ਉੱਪਰ ਲਿਆਂਦੀ ਸੀ। ਇਹ ਜਿਹੜਾ ਪੁਰਾਣਕ ਮਤ ਦੱਸਿਆ ਜਾਂਦਾ ਹੈ। ਇਨ ਦੈਂਤਨ ਕੋ ਜਨਮ ਜੁ ਕਰੂਰਾ। ਮਹਾਰਾਜ ਜੀ ਆ ਜਿਹੜੇ ਦਾਨਵ ਨੇ, ਦੈਂਤ ਨੇ, ਇਹਨਾਂ ਦੇ ਜਿਹੜੇ ਕਰੂਰ ਜਨਮ ਹਨ। ਕਰੂਰ ਦਾ ਮਤਲਬ ਹੁੰਦਾ ਵੀ ਭਿਆਨਕ ਜਨਮ। ਇਹ ਜਿਹੜੇ ਭਿਆਨਕ ਜਨਮ ਹਨ ਇਹਨਾਂ ਦੇ, ਸੋ ਕਹੀਏ ਸ਼੍ਰੀ ਗੁਰ ਗੁਣ ਪੂਰਾ। ਇਹਨਾਂ ਬਾਰੇ ਕੀ ਲਿਖਿਆ ਪੁਰਾਣਾ ਵਿੱਚ? ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਇਹਨਾਂ ਦਾਨਵਾਂ ਦਾ ਜਨਮ ਕਿਵੇਂ ਹੋਇਆ। ਸੁਣ ਕਰ ਕਹਿਣ ਲੱਗੇ ਗੁਣ ਖਾਨੀ। ਗੁਣਾਂ ਦੀ ਖਾਨ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਜੋ ਸੁਣ ਅਹੈ ਪੁਰਾਨ ਕਹਾਣੀ। ਮਹਾਰਾਜ ਜੀ ਕਹਿੰਦੇ ਹਿਰਣਾ ਕਸ਼ਪ ਤੇ ਹਰਨਾਕਸ਼, ਇਹਨਾਂ ਬਾਰੇ ਜਿਹੜੀ ਕਥਾ ਲਿਖੀ ਹੈ ਪੁਰਾਣਾ ਵਿੱਚ ਕਿ ਇਹਨਾਂ ਰਾਖਸ਼ਾਂ ਦਾ ਜਨਮ ਕਿਵੇਂ ਹੋਇਆ, ਪੁਰਾਣਾ ਦੇ ਵਿੱਚ ਜੋ ਲਿਖਿਆ ਹੈ ਉਹ ਕਹਾਣੀ, ਪੁਰਾਣਾ ਦੀ ਕਹਾਣੀ ਅਸੀਂ ਤੁਹਾਨੂੰ ਸਰਵਣ ਕਰਾਉਂਦੇ ਹਾਂ। ਏਕ ਸਮੈ ਕਸ਼ਯਪ ਜਗ ਕਰਕੇ। ਇੱਕ ਰਿਸ਼ੀ ਸੀ ਜਿਸ ਦਾ ਨਾਮ ਸੀ ਕਸ਼ਯਪ ਰਿਸ਼ੀ। ਕਸ਼ਯਪ ਰਿਸ਼ੀ ਯੱਗ ਕਰਕੇ ਬੈਠਿਓ ਸਦਨ ਹਰਖ ਔਰ ਧਰ ਕੇ। ਆਪਣੇ ਘਰ ਦੇ ਵਿੱਚ ਬੈਠਾ ਸੀ, ਬੜੀ ਖੁਸ਼ੀ ਨਾਲ, ਬੜੇ ਖੇੜੇ ਦੇ ਨਾਲ ਬੈਠਾ ਹੋਇਆ ਸੀ। ਸੰਧਿਆ ਕਾਲ ਸੁਤਾ ਦਖ ਕੇਰੀ। ਇੱਕ ਦਖ ਪ੍ਰਜਾਪਤੀ ਰਾਜਾ ਹੋਇਆ, ਉਹਦੀ ਲੜਕੀ ਸੀ ਦਿਤੀ, ਜਿਹੜੀ ਕਸ਼ਯਪ ਰਿਸ਼ੀ ਨੂੰ ਵਿਆਹੀ ਹੋਈ ਸੀ। ਦਿਤੀ ਤੇ ਅਦਿਤੀ, ਬਨਤਾ ਕਦਰੂ ਦਿਤ ਅਦਿਤ, ਇਹ ਰਿਖਰ ਬਰੀ ਬਣਾਏ। ਨਾਗ, ਨਾਗਰਿਪ, ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਤੋਂ ਚਾਰ ਇਸਤਰੀਆਂ ਨੇ ਵਿਆਹੀਆਂ ਸੀ ਕਸ਼ਯਪ ਰਿਸ਼ੀ ਨੇ। ਇੱਕ ਬਨਤਾ, ਦੂਜੀ ਕਦਰੂ, ਤੀਜੀ ਦਿਤੀ ਤੇ ਚੌਥੀ ਸੀ ਅਦਿਤੀ। ਕਲਗੀਧਰ ਜੀ ਨੇ ਦਸਮ ਗ੍ਰੰਥ ਵਿੱਚ ਇਹਦਾ ਜ਼ਿਕਰ ਕੀਤਾ। ਬਨਤਾ ਕਦਰੂ ਦਿਤ ਅਦਿਤ, ਇਹ ਰਿਖ ਬਰੀ ਬਣਾਏ। ਨਾਗ ਨਾਗਰਿਪ ਦੇਵ ਸਭ ਦੈਂਤ ਲਈਏ ਉਪਜਾਏ। ਇੱਕ ਤੋਂ ਨਾਗ ਪੈਦਾ ਹੋਏ, ਇੱਕ ਤੋਂ ਨਰ ਮਨੁੱਖ ਪੈਦਾ ਹੋਏ, ਇੱਕ ਤੋਂ ਦੇਵਤੇ ਪੈਦਾ ਹੋਏ ਤੇ ਇੱਕ ਤੋਂ ਦਾਨਵ ਪੈਦਾ ਹੋਏ। ਇਦਾਂ ਇਹ ਪੁਰਾਣਕ ਮਤ ਹੈ, ਪੁਰਾਣਾ ਦੇ ਵਿੱਚ ਇਦਾਂ ਦਾ ਜ਼ਿਕਰ ਆਉਂਦਾ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ ਕਿ ਕਸ਼ਯਪ ਰਿਸ਼ੀ ਇੱਕ ਵਾਰੀ ਯੱਗ ਕਰਕੇ ਆਪਣੇ ਘਰ ਵਿੱਚ ਬੈਠਾ ਸੀ। ਦਖ ਪ੍ਰਜਾਪਤੀ ਦੀ ਲੜਕੀ ਸੀ ਜਿਹਦਾ ਨਾਮ ਸੀ ਦਿਤੀ। ਦਿਤੀ ਨਾਮ ਤ੍ਰਿਟ ਕਾਮ ਕਨੇਰੀ। ਇਹ ਦਾਨਵਾਂ ਦੀ ਮਾਤਾ ਹੋਈ, ਇਹਦੀ ਕੁੱਖ ਤੋਂ ਰਾਖਸ਼ ਪੈਦਾ ਹੋਏ ਸਨ। ਕਿਵੇਂ ਪੈਦਾ ਹੋਏ, ਕਿਉਂ ਪੈਦਾ ਹੋਏ, ਪੁਰਾਣਾ ਵਿੱਚ ਜੋ ਜ਼ਿਕਰ ਆ ਰਿਹਾ ਉਹ ਸਤਿਗੁਰੂ ਜੀ ਦੱਸ ਰਹੇ ਨੇ। ਕਹਿੰਦੇ ਕਾਮਾਤੁਰ ਹੋ ਕੇ ਆਪਣੇ ਪਤੀ ਦੇ ਪਾਸ ਆਈ। ਜਾਏ ਸਮੀਪ ਕਹੇ ਅਸ ਬੈਨਾ। ਆਪਣੇ ਪਤੀ ਕਸ਼ਯਪ ਰਿਸ਼ੀ ਨੂੰ ਆ ਕੇ ਕਹਿਣ ਲੱਗੀ, ਤਨ ਮਨ ਮੋਰ ਕੰਪਾਵਾ ਮੈਨਾ। ਕਹਿਣ ਲੱਗੀ, ਹੇ ਪਤੀ ਦੇਵ, ਮੇਰੇ ਤਨ ਔਰ ਮਨ ਦੇ ਵਿੱਚ ਕਾਮ ਦੀ ਪ੍ਰਬਲ ਵਾਸ਼ਨਾ ਹੈ। ਜਿਉ ਕਦਲੀ ਦਲ ਦੁਰਦ ਹਿਲਾਵੇ। ਇਹਦੇ ਨਾਲ ਮੇਰਾ ਮਨ ਵਿਚਲਿਤ ਹੈ, ਜਿਵੇਂ ਹਵਾ ਨਾਲ ਕੇਲੇ ਦਾ ਦਰਖਤ ਜਿਹੜਾ ਹੈ ਉਹ ਹਿੱਲਦਾ ਹੈ, ਇਦਾਂ ਇਸ ਵਾਸ਼ਨਾ ਸਹਿਤ ਮਨ ਕੰਪਾਇਮਾਨ ਹੈ। ਦੀਨ ਜਾਨ ਤਿਉ ਮੁਝ ਸੰਤਾਵੇ। ਮੈਂ ਦੀਨ ਹਾਂ, ਗਰੀਬਣੀ ਹਾਂ, ਇਸ ਵਿਕਾਰ ਕਰਕੇ ਦੁਖੀ ਹਾਂ। ਸੋਤ ਸਮਰਿੱਧਵਾਨ ਸਭ ਜੋਈ। ਮੇਰੀ ਜਿਹੜੀ ਸੌਤ ਹੈ, ਕਿਉਂਕਿ ਇਹਦੀ ਜਿਹੜੀ ਸੌਕਣ ਸੀ ਜਿਹਦਾ ਨਾਮ ਅਦਿਤੀ ਸੀ,
ਕਹਿੰਦੀ ਵੀ ਉਹਦੀ ਕੁੱਖ ਦੇ ਉੱਤੋਂ ਦੇਵਤੇ ਪੈਦਾ ਹੋਏ ਨੇ, ਉਹਦੇ ਘਰ ਵਿੱਚ ਸਭ ਕੁਝ ਹੈ, ਉਹਦੇ ਘਰ 'ਚ ਸੰਤਾਨ ਹੈ, ਉਹਦੇ ਕੋਲ ਸਾਰੀਆਂ ਸਿਮਰਦੀਆਂ ਹਨ। ਤਿੰਨ ਪਿਖ ਦਾ ਹਿਰਦੇ ਮਮ ਹੋਈ। ਉਹਨਾਂ ਨੂੰ ਵੇਖ ਕੇ ਮੇਰਾ ਹਿਰਦਾ ਸੜਦਾ ਹੈ, ਗ੍ਰਸਤ ਹੁੰਦਾ ਹੈ ਕਿ ਉਹ ਸੌਤ ਦੇ ਕੋਲ ਸਾਰਾ ਕੁਝ ਹੈ, ਉਹਦੇ ਕੋਲ ਪੁੱਤਰ ਵੀ ਨੇ, ਉਹਦੇ ਕੋਲ ਸਾਰੀ ਸਿਮਰਦੀ ਵੀ ਹੈ, ਮੇਰੇ ਕੋਲ ਕੁਝ ਵੀ ਨਹੀਂ। ਤੁਮ ਕਿਰਪਾਲ ਸਭ ਭਾਂਤ ਪ੍ਰਬੀਨੋ। ਇਹ ਪਤੀ ਦੇਵ ਤੂੰ ਕਸ਼ਯਪ ਰਿਸ਼ੀ ਹੈ ਤੇ ਰਿਸ਼ੀ ਦੇ ਮਨ ਵਿੱਚ ਕਿਰਪਾ ਹੁੰਦੀ ਹੈ। ਤੂੰ ਰਿਸ਼ੀ ਹੈ, ਤੇਰਾ ਮਨ ਕਿਰਪਾ ਵਾਲਾ ਹੈ। ਇੱਕ ਸਮਾਨ ਅੰਗਨਾ ਸਭ ਚੀਲੋ। ਤੈਨੂੰ ਚਾਹੀਦਾ ਹੈ ਕਿ ਤੈਨੂੰ ਆਪਣੀਆਂ ਸਾਰੀਆਂ ਇਸਤਰੀਆਂ ਇੱਕ ਸਮਾਨ ਕਰਕੇ ਵੇਖਣੀਆਂ ਚਾਹੀਦੀਆਂ ਨੇ। ਜਿਵੇਂ ਤੂੰ ਅਦਿਤੀ ਨੂੰ ਜਾਂ ਬਨਤਾ ਤੇ ਕਦਰੂ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ, ਉਸੇ ਤਰ੍ਹਾਂ ਮੈਨੂੰ ਵੀ ਤੈਨੂੰ ਇੱਕੋ ਸਮਾਨ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ। ਤਨ ਪੈ ਵਿਆਪਿਓ ਅਧਿਕ ਅਨੰਗਾ। ਮੇਰੇ ਮਨ ਵਿੱਚ ਵੀ ਇੱਛਾ ਹੈ ਕਿ ਮੇਰੀ ਕੁੱਖ ਤੋਂ ਸੰਤਾਨ ਹੋਵੇ। ਇਸ ਵਕਤ ਮੈਂ ਕਾਮਾ ਤੁਰ ਹਾਂ। ਅਬਿਓ ਮੰਗ ਕੀ ਜੈ ਮਮ ਸੰਗਾ। ਔਰ ਮੇਰੀ ਇੱਛਾ ਹੈ ਕਿ ਮੇਰੇ ਨਾਲ ਸੰਬੰਧ ਜੋੜੋ। ਕਾਮ ਸੰਗ ਮੈਂ ਪੀੜਤ ਭਾਰੀ। ਕਾਮ ਦੀ ਵਾਸ਼ਨਾ ਕਰਕੇ ਮੈਂ ਪੀੜਤ ਹਾਂ। ਅਬ ਮੈਂ ਥਨ ਕਰ ਦੇਹੋ ਨਿਵਾਰੀ। ਔਰ ਇਹਦੀ ਨਿਰਵਿਰਤੀ ਕਰਨਾ ਤੁਹਾਡਾ ਫਰਜ਼ ਹੈ। ਆਤੁਰ ਹਵੈ ਸ਼ਰਣਾਗਤ ਆਵੈ। ਮੈਂ ਦੁਖੀ ਹੋ ਕੇ ਤੁਹਾਡੀ ਸ਼ਰਨ ਚ ਆਈ ਹਾਂ। ਸੁਣਿਆ ਕਿ ਕਿਸੇ ਰਿਸ਼ੀ ਮੁਨੀ ਤਪਸਵੀ ਦੀ ਸ਼ਰਨ ਵਿੱਚ ਕੋਈ ਆਤੁਰ ਹੋ ਕੇ ਆਉਂਦਾ ਹੈ। ਜੋ ਕਿਰਪਾਲ ਨਹਿ ਮੋਗ ਪਠਾਵੈ। ਉਸ ਵਕਤ ਰਿਸ਼ੀ ਮੁਨੀ ਉਹਦੇ ਤੇ ਤਰਸ ਕਰਦੇ ਹਨ, ਉਹਨੂੰ ਨਿਰਾਸ਼ ਨਹੀਂ ਕਰਦੇ। ਕਰੇ ਕੇਲ ਤੇਜਨ ਮਹਿਤਾਤਾ। ਔਰ ਇਸੇ ਕਰਕੇ ਮੈਂ ਵੀ ਤੇਰੀ ਸ਼ਰਨ ਵਿੱਚ ਆਈ ਹਾਂ। ਤੂੰ ਮੇਰਾ ਪਤੀ ਹੈ, ਰਿਸ਼ੀ ਹੈ, ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਸੰਤਾਨ ਦੀ ਦਾਤ ਦੇ, ਮੇਰੇ ਘਰ ਵੀ ਪੁੱਤਰ ਹੋਵੇ। ਤਬ ਮੈਂ ਸੁਖ ਪਾਵੋ ਪਲ ਭਾਂਤਾ। ਫਿਰ ਮੈਂ ਭਲੀ ਪ੍ਰਕਾਰ ਨਾਲ ਸੁਖੀ ਹੋਵਾਂਗੀ। ਸੁਨ ਕਸ਼ਯਪ ਨਿਜਤੀय ਕੀ ਬਾਨੀ। ਕਸ਼ਯਪ ਰਿਸ਼ੀ ਨੇ ਜਦੋਂ ਆਪਣੀ ਘਰ ਵਾਲੀ ਦਿੱਤੀ ਦੀ ਇਹ ਬੇਨਤੀ ਸੁਣੀ, ਬੋਲਿਓ ਤਾਹੇ ਕਰਤ ਸਨਮਾਨੀ। ਇਹਦਾ ਸਨਮਾਨ ਕਰਦਿਆਂ ਬੋਲਿਆ, ਸਤਕਾਰ ਕਰਦਿਆਂ ਕਸ਼ਯਪ ਰਿਸ਼ੀ ਬੋਲਿਆ, ਚੰਦਰ ਬਦਨ ਤੂੰ ਮੋ ਕੋ ਪਿਆਰੀ। ਕਹਿਣ ਲੱਗਾ, ਹੇ ਚੰਦਰ ਬਦਨ, ਤੂੰ ਮੈਨੂੰ ਪਿਆਰੀ ਹੈ। ਜਿਵੇਂ ਦੂਸਰੀਆਂ ਇਸਤਰੀਆਂ ਮੈਨੂੰ ਪਿਆਰੀਆਂ ਹਨ, ਤੇਰੀਆਂ ਸੌਕਣਾ, ਤਿਵੇਂ ਤੂੰ ਵੀ ਮੈਨੂੰ ਪਿਆਰੀ ਹੈ। ਕਰੋ ਕਾਮਨਾ ਪੂਰਨ ਥਾਰੀ। ਤੇਰੀ ਕਾਮਨਾ ਦੀ ਪੂਰਨਤਾ ਹੋਵੇਗੀ। ਸੰਧਿਆ ਕਾਲ ਬੀਤ ਹੈ ਜਬ ਹੀ। ਪਰ ਹੋਣਾ ਸੰਧਿਆ ਦਾ ਵੇਲਾ ਹੈ। ਆ ਸੰਧਿਆ ਦਾ ਟਾਈਮ ਹੈ। ਸੰਧਿਆ ਦੇ ਸਮੇਂ ਸੰਧਿਆ ਕਰੀਦੀ ਹੈ। ਇਸ ਸਮੇਂ ਸ਼ਿਵ ਜੀ ਦੀ ਆਰਾਧਨਾ ਕਰੀਦੀ ਹੈ। ਮੈਥਨ ਕਰੋ ਸੰਗ ਤੁਝ ਤਬ ਹੀ। ਇਸ ਵਕਤ ਤੇ ਸੰਧਿਆ ਦੇ ਸਮੇਂ ਸੰਭਵ ਨਹੀਂ। ਇਹ ਸੰਧਿਆ ਦਾ ਸਮਾਂ ਬੀਤ ਜਾਵੇਗਾ, ਤੇਰੀ ਕਾਮਨਾ ਪੂਰੀ ਹੋਵੇਗੀ। ਇਹ ਬੇਲਾ ਲਖ ਘੋਰ ਬਿਸਾਲਾ। ਇਹ ਜਿਹੜਾ ਵੇਲਾ ਸੰਧਿਆ ਦਾ, ਇਹ ਬੜਾ ਘੋਰ ਵੇਲਾ ਹੈ। ਕਾਮ ਚੇਸ਼ਟਾ ਕੋ ਨਹਿ ਕਾਲਾ। ਇਸ ਵੇਲੇ ਤੇਰੀ ਇਸ ਕਾਮਨਾ ਦੀ ਪੂਰਤੀ ਨਹੀਂ ਹੋ ਸਕਦੀ। ਸ਼ੰਕਰ ਫਿਰਤ ਲਿਏ ਗਣ ਸੰਗਾ। ਕਿਉਂਕਿ ਇਸ ਵੇਲੇ ਸੰਧਿਆ ਸਮੇਂ ਸ਼ਿਵ ਜੀ ਭਗਵਾਨ ਜਿਹੜਾ ਆਪਣੇ ਗਣਾਂ ਦੇ ਸਮੇਤ ਫਿਰਦਾ ਹੈ। ਇਹ ਪੁਰਾਣਾ ਦਾ ਮਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਕਿ ਪੁਰਾਣਾ ਵਿੱਚ ਇਦਾਂ ਲਿਖਿਆ ਵੀ ਇਹ ਕਿਵੇਂ ਪੈਦਾ ਹੋਏ ਨੇ। ਉਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਹੇ ਗੁਰੂ ਨਾਨਕ ਸਾਹਿਬ, ਕੇਵਲ ਦੱਸ ਰਹੇ ਨੇ ਵੀ ਪੁਰਾਣਾ 'ਚ ਇਦਾਂ ਲਿਖਿਆ ਹੋਇਆ, ਜਾਣਕਾਰੀ ਦੇ ਰਹੇ ਨੇ ਸਾਨੂੰ। ਤੋਂ ਪਾਤਸ਼ਾਹ ਜੀ ਸੁਣਾ ਰਹੇ ਨੇ, ਕਹਿੰਦੇ ਉਸ ਵੇਲੇ ਕਸ਼ਯਪ ਰਿਸ਼ੀ ਨੇ ਆਖਿਆ ਕਿ ਸੰਧਿਆ ਦੇ ਸਮੇਂ ਸ਼ਿਵ ਜੀ ਜਿਹੜਾ ਹੈ ਉਹ ਗਣਾਂ ਦੇ ਸਮੇਤ ਫਿਰਦਾ ਹੈ। ਭੂਤ ਪ੍ਰਚਰ ਜਾਹੇ ਤਯੋ ਮੰਗਾ। ਇਸ ਵੇਲੇ ਭੂਤ ਆਦਿਕ ਜਿਹੜੇ ਨੇ ਉਹਦੇ ਨਾਲ ਸਾਰੇ ਪਾਸੇ ਵਿਚਰਦੇ ਨੇ। ਗੁਰੂ ਕਾ ਸਿੱਖ ਤਾਂ ਸੰਧਿਆ ਸਮੇਂ ਸ਼ਾਂਤੀ ਨਾਲ ਇਕਾਂਤ ਵਿੱਚ ਬਹਿ ਕੇ ਰਾਜ ਸਾਹਿਬ ਦਾ ਪਾਠ ਪੜ੍ਹਦਾ ਹੈ। ਗੁਰੂ ਕੇ ਸਿੱਖ ਨੇ ਇਸ ਬਿਰਤੀ ਨਾਲ ਸੰਧਿਆ ਬਤੀਤ ਕੀਤੀ ਆ ਹਮੇਸ਼ਾ, ਔਰ ਕਰਦਾ ਹੈ। ਆਮ ਬਹੁਤ ਸਾਰੇ ਸਮਾਜ ਦੇ ਵਿੱਚ ਧਰਮ ਨੇ ਜਿਹੜੇ ਸੰਧਿਆ ਸਮੇਂ ਸ਼ਿਵ ਜੀ ਦੀ ਆਰਾਧਨਾ ਕਰਦੇ ਵੀ। ਇਹ ਸਮਾਂ ਬੜਾ ਵਿਕਰਾਲ ਹੁੰਦਾ ਸੰਧਿਆ ਦਾ। ਇਸ ਵੇਲੇ ਸ਼ਿਵ ਜੀ ਭਗਵਾਨ ਜਿਹੜਾ ਉਹ ਆਪਣੇ ਗਣਾਂ ਸਮੇਤ, ਭੂਤਾਂ ਪ੍ਰੇਤਾਂ ਸਮੇਤ ਫਿਰਦਾ ਤੇ ਵਿਚਰਦਾ ਹੈ। ਰੁਕਮ ਸਮਾਨ ਭਸਮ ਤਨ ਕੀਨੋ। ਉਹਨੇ ਆਪਣੇ ਸਰੀਰ ਦੇ ਉੱਤੇ ਇਸ ਵੇਲੇ ਮੁਰਦਿਆਂ ਦੀ ਸਵਾਹ ਲਾਈ ਹੁੰਦੀ ਹੈ। ਅਗਨ ਤਰਨ ਸ਼ਸ਼ ਜਿਹ ਦ੍ਰਿਗ ਤੀਨੋ। ਔਰ ਅਗਨੀ ਚੰਦਰਮਾ ਉਹਦੇ ਨੇਤਰ ਹਨ। ਪੂਜਨ ਸਮੈ ਤਾਹੇ ਕੋ ਜਾਨੋ। ਇਹ ਦਿੱਤੀ ਇਸ ਵੇਲੇ ਸ਼ਿਵ ਜੀ ਦੀ ਪੂਜਾ ਦਾ ਸਮਾਂ ਹੈ, ਸੰਧਿਆ ਦਾ ਵੇਲਾ ਹੈ। ਕੇਲ ਕਰਨ ਕੋ ਕਾਲ ਨਾ ਮਾਨੋ। ਇਸ ਵੇਲੇ
ਤੇਰੀ ਇਸ ਕਾਮਨਾ ਦੀ ਪੂਰਤੀ ਨਹੀਂ ਹੋ ਸਕਦੀ, ਇਹਦਾ ਵੇਲਾ ਨਹੀਂ ਹੈ। ਦਿਲ ਮੈਥਨ ਤੇ ਆਯੂ ਘਟਾਈ। ਜਿਵੇਂ ਕਹਾਵਤ ਹੈ, ਇਹ ਕਹਿਵਤ ਹੈ ਕਿ ਦਿਨ ਸਮੇਂ ਕਾਮ ਕ੍ਰੀੜਾ ਕਰਨ ਨਾਲ ਮਨੁੱਖ ਦੀ ਉਮਰ ਘਟਦੀ ਹੈ। ਪਰਬ ਦਿਨਨ ਦੁਰਸੁਤ ਜਨਮਾਈ। ਤੇ ਜੇ ਕੋਈ ਪਰਬ ਵਾਲੇ ਦਿਨ, ਜਿਸ ਦਿਨ ਕੋਈ ਪਰਬ ਹੋਵੇ, ਪੁੰਨਿਆਵਾਨ ਪਰਬ ਹੋਵੇ, ਉਸ ਦਿਨ ਜਿਵੇਂ ਕਾਮ ਕ੍ਰੀੜਾ ਕਰਨ ਦੇ ਨਾਲ ਜਿਹੜੀ ਸੰਤਾਨ ਦੀ ਉਤਪਤੀ ਹੁੰਦੀ ਹੈ, ਉਹ ਮੰਦੀ ਸੰਤਾਨ ਪੈਦਾ ਹੁੰਦੀ ਹੈ। ਤਿਉ ਇਹ ਸੰਧਿਆ ਦੋਖ ਪਰਮਾਨੋ। ਇਸੇ ਤਰ੍ਹਾਂ ਇਹ ਜਿਹੜਾ ਸੰਧਿਆ ਦਾ ਵੇਲਾ ਹੈ, ਇਸ ਵੇਲੇ ਜਿਹੜੀ ਸੰਤਾਨ ਪੈਦਾ ਹੋਵੇਗੀ, ਉਸ ਸੰਤਾਨ ਦੀ ਉਤਪਤੀ ਦਾਨਵੀ ਬਿਰਤੀ ਵਾਲੀ ਹੋਵੇਗੀ, ਰਾਖਸ਼ੀ ਬਿਰਤੀ ਵਾਲੀ ਹੋਵੇਗੀ। ਸ਼ਿਵ ਕੀ ਦ੍ਰਿਸ਼ਟ ਬਚਾਵਲ ਠਾਨੋ। ਇਸ ਕਰਕੇ ਇਸ ਵਕਤ ਤੇਰੀ ਇਹ ਕਾਮਨਾ ਦੀ ਪੂਰਤੀ ਨਹੀਂ ਹੋ ਸਕਦੀ। ਇਹ ਸਮਾਂ ਬੀਤ ਜਾਵੇ, ਫਿਰ ਤੇਰੀ ਇੱਛਾ ਦੀ ਪੂਰਤੀ ਹੋਵੇਗੀ। ਸੁਨੀ ਦਿੱਤੀ ਜਬ ਅਸ ਬਿਦ ਬਾਨੀ। ਪਰ ਜਦੋਂ ਦਿੱਤੀ ਨੇ ਇਹ ਗੱਲ ਸੁਣੀ, ਮਨ ਸਿਜ ਬਾਨਨ ਤੇ ਅਕੁਲਾਨੀ। ਆਪਣੇ ਪਤੀ ਦੇ ਬੋਲ ਸੁਣ ਕੇ ਵਿਆਕੁਲ ਹੋਈ। ਬਾਰ ਬਦੂ ਜਿਵ ਤਜ ਕਰ ਬਰੀੜਾ। ਜਿਵੇਂ ਕੋਈ ਵੇਸ਼ਵਾ ਹੁੰਦੀ ਆ ਨਾ, ਉਹਨੂੰ ਸ਼ਰਮ ਕਾਣ ਕਨੋੜ ਨਹੀਂ ਰਹਿੰਦੀ, ਉਹ ਆਪਣੀ ਸਾਰੀ ਸ਼ਰਮ ਤਿਆਗ ਦਿੰਦੀ ਹੈ। ਪਤ ਕੋ ਬਸਨ ਗਹਿਓ ਹਿਤ ਕ੍ਰੀੜਾ। ਇਸੇ ਤਰ੍ਹਾਂ ਹੀ ਇਹਨੇ ਵੀ ਆਪਣੀ ਸਾਰੀ ਸ਼ਰਮ ਲਾਜ ਤਿਆਗੀ ਤੇ ਕਹਿੰਦੀ ਨਹੀਂ, ਹੱਠ ਕਰਦਿਆਂ ਕਹਿਣ ਲੱਗੀ, ਮੈਨੂੰ ਇਸੇ ਵੇਲੇ ਸੰਤਾਨ ਦੀ ਪ੍ਰਾਪਤੀ ਚਾਹੀਦੀ ਹੈ। ਪੁੰਨ ਜੋ ਦਿੱਤੀ ਪਾਛੇ ਪਛੁਤਾਨੀ। ਬਾਅਦ ਵਿੱਚ ਫਿਰ ਇਸ ਦਿੱਤੀ ਨੇ ਮਨ 'ਚ ਪਛਤਾਵਾ ਵੀ ਕੀਤਾ। ਉਸ ਵੇਲੇ ਕਸ਼ਯਪ ਰਿਸ਼ੀ ਨੇ ਇਹਦੀ ਇੱਛਾ ਪੂਰਨ ਕੀਤੀ, ਪਰ ਬਾਅਦ ਵਿੱਚ ਇਹਦੇ ਮਨ 'ਚ ਪਛਤਾਵਾ ਵੀ ਹੋਇਆ। ਲੱਜਾ ਯੁਤ ਦ੍ਰਿਗ ਧਰ ਸਕੁਚਾਨੀ। ਔਰ ਲੱਜਾ ਸਹਿਤ ਨੇਤਰ ਨੀਵੇਂ ਕਰਕੇ ਆਪਣੇ ਪਤੀ ਦੇ ਸਨਮੁਖ ਖੜੀ ਹੈ। ਕਸ਼ਯਪ ਕੇ ਸਮੀਪ ਚਲ ਆਈ। ਔਰ ਕਸ਼ਯਪ ਰਿਸ਼ੀ ਦੇ ਕੋਲ ਚੱਲ ਕੇ ਆਈ। ਸ਼ਿਵ ਕੇ ਭੈ ਤੇ ਗਿਰਾ ਅਲਾਈ। ਮਨ 'ਚ ਸ਼ਿਵ ਜੀ ਦਾ ਭੈ ਵੀ ਸੀ, ਇਹਦੇ ਮਨ 'ਚ ਸ਼ਿਵ ਜੀ ਦਾ ਡਰ ਵੀ ਸੀ। ਹੇ ਪਤ ਗਰਭ ਮੋਹੇ ਕਲਿਆਣਾ। ਕਹਿਣ ਲੱਗੀ ਕਿ ਹੇ ਪਤੀ ਦੇਵ, ਮੈਂ ਗਰਭਧਾਰੀ ਹੋਈ ਹਾਂ, ਪਰ ਮੈਂ ਚਾਹੁੰਦੀ ਹਾਂ ਕਿ ਮੇਰੀ ਕਲਿਆਣ ਵੀ ਹੋਵੇ। ਰਿਸ ਧਰ ਸ਼੍ਰੀ ਸ਼ਿਵ ਕਰੈ ਨਾ ਹਾਨਾ। ਕਿ ਕਿਤੇ ਸ਼ਿਵ ਜਿਹੜਾ ਹੈ ਉਹ ਗੁੱਸੇ ਵਿੱਚ ਆ ਕੇ ਮੇਰੀ ਸੰਤਾਨ ਨੂੰ ਮਾਰ ਨਾ ਦੇਵੇ, ਕਿਉਂਕਿ ਉਹਦਾ ਸੰਧਿਆ ਦਾ ਸਮਾਂ ਸੀ। ਮੈਂ ਹੱਠ ਕੀਤਾ, ਤੈਂ ਮੇਰਾ ਹੱਠ ਪੂਰਨ ਕੀਤਾ। ਮੇਰੇ ਮਨ ਵਿੱਚ ਹੁਣ ਇਹ ਡਰ ਹੈ ਕਿ ਜਿਹੜਾ ਇਹ ਸੰਤਾਨ ਦੀ ਉਤਪਤੀ ਹੋਵੇ, ਕਿਤੇ ਸ਼ਿਵ ਇਹਨਾਂ ਨੂੰ ਮਾਰ ਨਾ ਦੇਵੇ, ਇਹਨਾਂ ਦੀ ਕਲਿਆਣ ਹੋਵੇ, ਉਹ ਕਿਰਪਾ ਕਰ। ਨਮੋ ਨਮੋ ਤੇ ਕੇ ਪਦ ਕੰਜਾ। ਮੈਂ ਸ਼ਿਵ ਜੀ ਨੂੰ ਨਮਸਕਾਰ ਕਰਦੀ ਹਾਂ। ਮਹਾਦੇਵ ਸੇਵਤ ਸੁਰ ਪੁੰਜਾ। ਔਰ ਮੈਂ ਦੇਵਤਾ ਜਾਣ ਕੇ ਪੂਜਾ ਕਰਦੀ ਹਾਂ। ਮੋਹੇ ਅਵਗਿਆ ਛਿਮਾ ਕਰੀਜੈ। ਮੇਰੇ ਕੋਲੋਂ ਇਹ ਬੜੀ ਵੱਡੀ ਅਵਗਿਆ ਹੋਈ ਆ ਸ਼ਿਵ ਦੀ, ਤੁਸੀਂ ਉਹਦੇ ਅੱਗੇ ਬੇਨਤੀ ਕਰਕੇ ਮੇਰੇ ਕੋਲੋਂ ਹੋਈ ਇਸ ਅਵਗਿਆ ਦੀ ਸ਼ਮਾ ਯਾਚਨਾ ਕਰੋ। ਤੀਏ ਸੁਭਾਵ ਲਖ ਮਨ ਨਾ ਰਸੀਜੈ। ਮੇਰਾ ਇਸਤਰੀਆਂ ਵਾਲਾ ਹੱਠ ਵਾਲਾ ਸੁਭਾਅ ਸੀ, ਇਹਨੂੰ ਜਾਣ ਕੇ ਆਪਣੇ ਮਨ 'ਚ ਗੁੱਸਾ ਨਾ ਕਰੋ। ਸੁਨ ਕਸ਼ਯਪ ਬੋਲਿਓ ਤਬ ਬਾਨੀ। ਸੁਣ ਕੇ ਕਸ਼ਯਪ ਰਿਸ਼ੀ ਬੋਲਿਆ, ਕਹਿਣ ਲੱਗਾ, ਆਹੋ ਅਪਧਰੇ ਨਾਰ ਅਜਾਨੀ। ਕਹਿਣ ਲੱਗਾ, ਹੇ ਅਭਦਰੇ ਨਾਰ ਸੁਣ, ਤਵੈ ਸੁਤ ਜਨਮੈ ਅਤਮ ਕਟੋਰਾ। ਤੇਰੇ ਘਰ ਵਿੱਚ 2 ਪੁੱਤਰ ਪੈਦਾ ਹੋਣਗੇ, ਜਿਹੜੇ ਬੜੇ ਅਦਮ ਨੀਚ ਤੇ ਕਠੋਰ ਬਿਰਤੀ ਵਾਲੇ ਹੋਣਗੇ। ਰਾਖਸ਼ ਕਿਸ ਨੂੰ ਕਹਿੰਦੇ ਐ ਤੇ ਦੇਵਤਾ ਕਿਸ ਨੂੰ ਕਹਿੰਦੇ ਐ? ਕਲਗੀਧਰ ਸਵਾਮੀ ਜੀ ਦੇ ਬਚਨ ਨੇ। ਮਹਾਰਾਜ ਜੀ ਕਹਿੰਦੇ, ਕੁਕ੍ਰਿਤ ਕਰਮ ਜੋ ਜਗ ਮੈਂ ਕਰਹੀ, ਨਾਮ ਅਸੁਰ ਤਾਤੇ ਜਗ ਧਰਹੀ। ਜਿਹੜਾ ਮਾੜੇ ਭੈੜੇ ਕੰਮ ਕਰੇ, ਖੋਟੇ ਕੰਮ ਕਰੇ, ਉਹਨੂੰ ਕਹਿੰਦੇ ਆ ਦਾਨਵ, ਉਹਨੂੰ ਕਹਿੰਦੇ ਆ ਰਾਖਸ਼। ਸਾਧ ਕਰਮ ਜੇ ਨਾਮ ਕਹਾਵੈ, ਨਾਮ ਦੇਵਤਾ ਤਾਹੇ। ਜਿਹੜਾ ਚੰਗੇ ਕੰਮ ਕਰੇ, ਭਲੇ ਕਰਮ ਕਰੇ, ਉਹਨੂੰ ਦੇਵਤਾ ਕਹਿੰਦੇ ਆ। ਜਿਹੜਾ ਮਾੜੇ ਭੈੜੇ ਕਰਮ ਕਰੇ, ਉਹ ਦਾਨਵ ਹੈ। ਕਸ਼ਯਪ ਰਿਸ਼ੀ ਬੋਲਿਆ ਵੀ ਤੈਨੂੰ ਪੁੱਤਰ ਕਾਮਨਾ ਦੀ ਇੱਛਾ ਸੀ, ਪੁੱਤਰ ਹੋਣਗੇ ਹੁਣ ਤੇਰੇ, ਤੂੰ ਵਿਚਾਰ ਨਹੀਂ ਕੀਤੀ, ਹੱਠ ਕੀਤਾ। ਮੈਂ ਤੈਨੂੰ ਵਰਜਿਆ ਸੀ ਕਿ ਸੰਧਿਆ ਦਾ ਸਮਾਂ, ਇਸ ਸਮੇਂ ਪੈਦਾ ਹੋਣ ਵਾਲੇ ਬਾਲਕ ਰਾਖਸ਼ ਬਿਰਤੀ ਵਾਲੇ ਹੋਣਗੇ, ਪਰ ਤੂੰ ਮੰਨੀ ਨਹੀਂ। ਹੁਣ ਰਾਖਸ਼ੀ ਪੈਦਾ ਹੋਣਗੇ ਤੇਰੇ ਘਰ, ਜਿਹੜੇ ਬੜੇ ਕਠੋਰ ਤੇ ਨੀਚ ਕਰਮ ਕਰਨਗੇ। 2 ਪੁੱਤਰ ਹੋਣਗੇ ਤੇਰੀ ਕੁੱਖ ਤੋਂ। ਦੇਹ ਸਰਬ ਜਗ ਕੋ ਦੁਖ ਘੋਰਾ। ਉਹ ਸਾਰੇ ਜਗਤ ਨੂੰ ਬੜਾ ਭਿਆਨਕ ਦੁੱਖ ਦੇਣਗੇ। ਇੱਕ ਦਾ ਨਾਮ ਹਿਰਣਿਆ ਕਸ਼ਯਪ ਹੋਵੇਗਾ, ਦੂਸਰਾ ਉਹਦਾ ਭਰਾ ਹਰਣਾਕਸ਼ ਹੋਵੇਗਾ।
ਦੋਵੇਂ ਸਾਰੇ ਜਗਤ ਨੂੰ ਬੜਾ ਦੁੱਖ ਦੇਣਗੇ। ਕਸਮਲ ਕਰ ਹੈ ਅਨੇਕ ਪ੍ਰਕਾਰ, ਅਨੇਕ ਪ੍ਰਕਾਰ ਦੇ ਕਸਮਲ ਪਾਪ ਕਰਨਗੇ। ਤਿਨ ਹਿਤ ਧਰ ਹੈ ਬਿਸ਼ਨ ਅਵਤਾਰ, ਉਹਨਾਂ ਵਾਸਤੇ ਭਗਵਾਨ ਜੀ ਵਿਸ਼ਨੂੰ ਜੀ ਨੂੰ 2 ਵੇਰੀ ਅਵਤਾਰ ਧਾਰਨ ਕਰਨਾ ਪਵੇਗਾ। ਇੱਕ ਵੇਰੀ ਬਰਾਹ ਰੂਪ ਲੈ ਕੇ, ਇੱਕ ਵੇਰੀ ਨਰ ਸਿੰਘ ਰੂਪ ਲੈ ਕੇ। ਕਰ ਸੰਗਰਾਮ ਹਨ ਹੈਗੇ ਤਿਨ ਕੋ, ਉਹ ਸੰਗਰਾਮ ਕਰਕੇ ਨਾ ਦੋਨਾਂ ਨੂੰ ਮਾਰਨਗੇ। ਸੰਧਿਆ ਧਰਿਓ ਗਰਭ ਤੈ ਜਿਨ ਕੋ, ਜਿਨ੍ਹਾਂ ਦਾ ਤੈਂ ਗਰਭ ਧਾਰਨ ਕੀਤਾ ਸੰਧਿਆ ਸਮੇਂ। ਤਵ ਸੁਤ ਕੋ ਸੁਤ ਭਗਤ ਪ੍ਰਧਾਨਾ, ਪਰ ਹਾਂ ਤੂੰ ਸਾਡੀ ਸ਼ਰਨ ਆਈ ਆ, ਮਨ 'ਚ ਪਛਤਾਵਾ ਕੀਤਾ ਵੀ ਮੇਰੇ ਕੋਲੋਂ ਪਾਪ ਹੋਇਆ, ਮੈਂ ਹੱਠ ਕੀਤਾ। ਇਹਦੇ ਕਰਕੇ ਤੇਰੇ ਪੁੱਤਰ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਜਿਹੜਾ ਪਰਮੇਸ਼ਰ ਦਾ ਭਗਤ ਹੋਵੇਗਾ। ਇਸ਼ਾਰਾ ਕੀਤਾ ਮਹਾਰਾਜ ਭਗਤ ਪ੍ਰਹਿਲਾਦ ਜੀ ਵੱਲ। ਇਹ ਪੁਰਾਣਕ ਕਥਾ ਸੁਣਾ ਰਹੇ ਨੇ। ਕਹਿੰਦੇ ਤੇਰੇ ਘਰ ਤੇਰੇ ਪੁੱਤਰ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ। ਜਿਵੇਂ ਕੱਲਰ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਨਾ, ਭਾਈ ਗੁਰਦਾਸ ਜੀ ਲਿਖਦੇ ਆ, ਕਹਿੰਦੇ ਇਦਾਂ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ ਜੀ ਜਨਮੇ। ਹਾਂਜੀ, ਹੋਵੇ ਗੋ ਸਮਦ੍ਰਿਸ਼ਟ ਸੁਜਾਨਾ, ਉਹ ਸਮਾਨ ਦ੍ਰਿਸ਼ਟੀ ਵਾਲਾ ਸੁਜਾਨ ਭਗਤ ਹੋਵੇਗਾ। ਕਰ ਕਸਮਲ ਤੂੰ ਪੁੰਨ ਪਛਤਾਨੀ, ਤੂੰ ਪਾਪ ਕਰਕੇ ਮਨ 'ਚ ਫਿਰ ਪਛਤਾਵਾ ਕੀਤਾ। ਇਸ ਸੁਕ੍ਰਿਤ ਤੇ ਹੋਵੇ ਸੁਖ ਖਾਨੀ, ਇਸ ਚੰਗੇ ਕਰਮ ਕਰਕੇ ਤੇਰੀ ਕੁਲ ਦੇ ਵਿੱਚ ਤੇਰੇ ਪੁੱਤਰ ਦੇ ਘਰ ਵਿੱਚ ਭਗਤ ਦਾ ਜਨਮ ਹੋਵੇਗਾ। ਹੋਇ ਹੈ ਸਰਬ ਭੂਤ ਹਿਤਕਾਰੀ, ਔਰ ਇਸ ਪ੍ਰਕਾਰ ਨਾਲ ਉਹ ਸਾਰੇ ਹਿਤਕਾਰੀ ਹੋਣਗੇ। ਦੁਖ ਲਖ ਦੁਖੀ ਸੁਖੀ ਸੁਖ ਧਾਰੀ, ਇਹੋ ਜਿਹਾ ਭਗਤ ਹੋਵੇਗਾ ਜਿਹੜਾ ਦੁਖੀਆਂ ਨੂੰ ਵੇਖ ਕੇ ਦੁਖੀ ਹੋਵੇਗਾ ਔਰ ਸੁਖੀਆਂ ਨੂੰ ਵੇਖ ਕੇ ਸੁਖੀ ਹੋਵੇਗਾ। ਭਗਤ ਕਹਿੰਦੇ ਉਸ ਨੂੰ ਨੇ ਜਿਹੜਾ ਕਿਸੇ ਪਰਾਏ ਦਾ ਦੁੱਖ ਵੇਖ ਕੇ ਦੁਖੀ ਹੋ ਜਾਏ। ਭਗਤ ਉਸੇ ਨੂੰ ਕਹਿੰਦੇ ਆ, ਸੰਤ ਉਸੇ ਨੂੰ ਕਹਿੰਦੇ ਆ ਜਿਹੜਾ ਕਿਸੇ ਦਾ ਦੁੱਖ ਵੇਖ ਕੇ ਬਰਦਾਸ਼ਤ ਨਾ ਕਰ ਸਕੇ, ਪਰਾਏ ਦਾ ਸੁੱਖ ਵੇਖ ਕੇ ਸੁਖੀ ਹੋਵੇ ਕਿ ਸੁਖੀ ਵਸਦੀ ਹੈ ਦੁਨੀਆ, ਤੇ ਪਰਾਏ ਦਾ ਦੁੱਖ ਵੇਖ ਕੇ ਮਨ 'ਚ ਦੁੱਖ ਹੋਵੇ। ਦੁੱਖ ਸਹਿ ਸਿਰ ਆਪਣਾ, ਸੁਖਦਾਈ ਸਭ ਕੋਏ। ਇਹ ਸੰਤ ਦੀ ਬਿਰਤੀ ਹੁੰਦੀ ਹੈ, ਭਗਤ ਦੀ ਬਿਰਤੀ ਹੁੰਦੀ ਹੈ। ਇਹੋ ਜੀ ਉਹਦੀ ਬਿਰਤੀ ਹੋਵੇਗੀ। ਸੁਨ ਕਰ ਦਿੱਤੀ ਹਿਰਦੇ ਹਰ ਖਾਨੀ, ਇਹ ਸੁਣ ਕੇ ਦਿੱਤੀ ਬੜੀ ਖੁਸ਼ ਹੋਈ। ਪ੍ਰਭ ਕਰਤੇ ਸੁਤ ਕੀ ਮ੍ਰਿਤ ਜਾਨੀ, ਇਹ ਵੀ ਜਾਣਿਆ ਵੀ ਚਲੋ ਭਗਵਾਨ ਮਾਰੇਗਾ ਨਾ ਮੇਰੇ ਪੁੱਤਰ ਨੂੰ, ਘਟੋ ਘਟ ਮੁਕਤ ਤਾਂ ਹੋਵੇਗਾ। ਹਾਂਜੀ, ਪੁੰਨ ਪੋਤਰਾ ਹੈ ਭਗਤ ਕਿਰਪਾਲਾ, ਫਿਰ ਮੇਰਾ ਜਿਹੜਾ ਪੋਤਰਾ ਹੋਵੇਗਾ ਉਹ ਭਗਤ ਹੋਵੇਗਾ ਉਸ ਪਰਮੇਸ਼ਰ ਦਾ। ਦੈਵ ਸੰਪਦਾ ਗੁਣ ਨ ਵਿਸ਼ਾਲਾ, ਉਹਦੇ ਕੋਲ ਦੈਵੀ ਸੰਪਦਾ ਹੋਵੇਗੀ, ਸ਼ੁਭ ਗੁਣਾਂ ਦਾ ਧਾਰਨੀ ਹੋਵੇਗਾ। ਧਾਰਤ ਭਈ ਗਰਭ ਕੋ ਤਬ ਹੀ, ਉਸ ਵੇਲੇ ਇਸਨੇ ਗਰਭ ਧਾਰਨ ਕੀਤਾ ਦਿੱਤੀ ਨੇ। ਬੀਤ ਗਏ 7 ਸੰਮਤ ਜਬ ਹੀ, ਕਹਿੰਦੇ ਇਸੇ ਤਰ੍ਹਾਂ ਸਮਾਂ ਬੀਤ ਗਿਆ। ਗਰਭ ਤੇਜ ਤੇ ਵਧਿਓ ਅਪਾਰੀ, ਕਹਿੰਦੇ ਇਹਦੇ ਜਿਹੜਾ ਤੇਜ ਸੀ ਗਰਭ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਤੇਜ ਵਧਿਆ। ਲੋਕ ਪਰਲੋਕ ਪ੍ਰਭਾ ਸਭ ਹਾਰੀ, ਉਸ ਤੇਜ ਨਾਲ ਕਹਿੰਦੇ ਇੰਨਾ ਤੇਜ ਸੀ ਕਿ ਉਸ ਤੇਜ ਨਾਲ ਲੋਕ ਪਰਲੋਕ ਦੇ ਵਿੱਚ ਵਿਚਲਤਪੁਣਾ ਹੋਣ ਲੱਗਾ। ਵਿਆਕੁਲ ਹਵੈ ਬਿਦ ਭਵਨ ਸਿਧਾਰੇ, ਕਹਿੰਦੇ ਦੇਵਤੇ ਵੀ ਵਿਆਕੁਲ ਹੋ ਕੇ ਬ੍ਰਹਮਾ ਦੇ ਘਰ ਗਏ, ਕਿਉਂਕਿ ਉਹ ਦਾਨਵ ਪੈਦਾ ਹੋਣੇ ਸਨ ਜਿਨ੍ਹਾਂ ਦਾਨਵਾਂ ਨੇ ਦੇਵਤਿਆਂ ਨੂੰ ਦੁੱਖ ਦੇਣਾ ਸੀ। ਇਸ ਕਰਕੇ ਦੇਵਤੇ ਜਿਹੜੇ ਸਨ ਉਹ ਬ੍ਰਹਮਾ ਦੇ ਘਰ ਗਏ। ਕਰ ਕੈ ਬੰਧਨ ਬੈਨ ਉਚਾਰੇ, ਬ੍ਰਹਮਾ ਦੇ ਕੋਲ ਜਾ ਕੇ ਹੱਥ ਜੋੜ ਕੇ ਬੋਲੇ, ਹੇ ਲੋਕੇਸ਼ ਸਰਬਗਤ ਜਾਨੋ, ਹੇ ਲੋਕੇਸ਼ ਤੂੰ ਸਾਡੀ ਸਾਰੀ ਅਵਸਥਾ ਨੂੰ ਜਾਣਦਾ ਹੈ। ਤੀਨ ਕਾਲ ਕੀ ਬਿਦ ਪਹਿਚਾਨੋ, ਤਿੰਨਾਂ ਕਾਲਾਂ 'ਚ ਕੀ ਵਰਤਿਆ, ਕੀ ਵਰਤਣਾ, ਕੀ ਵਰਤੇਗਾ ਤੂੰ ਜਾਣਦਾ ਹੈ। ਕਸ਼ਯਪ ਤੇ ਦਿੱਤ ਗਰਭ ਜੋ ਧਾਰਾ, ਕਸ਼ਯਪ ਰਿਸ਼ੀ ਤੋਂ ਜਿਹੜਾ ਦਿਤੀ ਨਾਮ ਦੀ ਔਰਤ ਨੇ ਗਰਭ ਧਾਰਨ ਕੀਤਾ, ਤਿਹ ਕੋ ਹੋਇਓ ਤੇਜ ਅਪਾਰਾ, ਉਹਦਾ ਬਹੁਤ ਜ਼ਿਆਦਾ ਤੇਜ ਹੋ ਗਿਆ ਹੈ। ਉਹਦੇ ਤੇਜ ਨਾਲ ਸਾਡੇ ਦੇਵਪੁਰੀ ਵਿੱਚ ਦੇਵਤੇ ਕੰਬ ਰਹੇ ਨੇ। ਜਨਮੈ ਗੋ ਤਿਸ ਤੇ ਅਸ ਕਵਲੂ, ਉਹ ਐਸਾ ਕਿਹੜਾ ਤੇਜ ਵਾਲਾ ਜਿਸ ਨੇ ਜਨਮ ਲੈਣਾ ਹੈ, ਜੋ ਦੁਖ ਦੇਤ ਅਬ ਹੈ ਸਭ ਭਵਲੂ, ਜਿਹੜਾ ਜਨਮ ਤੋਂ ਪਹਿਲਾਂ ਹੀ ਸਾਨੂੰ ਦੁੱਖ ਦੇ ਰਿਹਾ ਹੈ, ਉਹ ਜਨਮ ਲੈਣ ਤੋਂ ਬਾਅਦ ਸਾਡੀ ਕੀ ਦਸ਼ਾ ਕਰੇਗਾ। ਉਹ ਪੁੱਛਦੇ ਬ੍ਰਹਮਾ ਨੂੰ
ਵੀ ਜਨਮ ਤੋਂ ਪਹਿਲਾਂ ਹੀ ਸਾਨੂੰ ਇਹੋ ਜਿਹਾ ਦੁਖਦਾਈ ਹੋ ਰਿਹਾ ਹੈ, ਉਹ ਜਨਮ ਲੈਣ ਤੋਂ ਬਾਅਦ ਕੀ ਕਰੇਗਾ। ਸੁਨ ਕਰ ਉਚਰੇ ਬੈਨ ਵਿਧਾਤਾ, ਸੁਣ ਕੇ ਬ੍ਰਹਮਾ ਬੋਲਿਆ, ਸਨਕਾਦਿਕ ਜੇ ਹੈ ਮਮਤਾਤਾ। ਕਹਿਣ ਲੱਗਾ ਜਿਹੜੇ ਸਨਕ ਸਨਾਦਨ ਆਦਿਕ ਜਿਹੜੇ ਮੇਰੇ ਪੁੱਤਰ ਹਨ, ਗਏ ਬੇਕੁੰਠ ਬਿਸ਼ਨ ਕੇ ਧਾਮਾ, ਇਹ ਸਾਰੇ ਵਿਸ਼ਨੂੰ ਦੇ ਘਰ ਗਏ। ਰਚਨਾ ਬਨੀ ਜਹਾਂ ਅਭਿਰਾਮਾ, ਕਹਿੰਦੇ ਜਿੱਥੇ ਬੜੀ ਸੋਹਣੀ ਰਚਨਾ ਵਿਸ਼ਨੂੰ ਭਗਵਾਨ ਦੇ ਮੰਦਿਰ ਦੀ ਬਣੀ ਹੋਈ ਹੈ, ਪ੍ਰਫੁੱਲਿਤ ਤਹਿ ਸਦਾ ਬਸੰਤਾ, ਜਿੱਥੇ ਪ੍ਰਫੁੱਲਤ ਹੋ ਕੇ ਭਗਵਾਨ ਵਿਸ਼ਨੂੰ ਵਸਦਾ ਹੈ। ਸੁੰਦਰ ਖਗ ਮਿਲ ਕੂਜ ਕਰੰਤਾ, ਜਿੱਥੇ ਗਰੜ ਉਹਦਾ ਦੇਵ ਵਾਹਨ ਹੈ, ਪੰਛੀ ਉਹਦੀ ਪੂਜਾ ਕਰਦਾ ਹੈ। ਕੁਸਮ ਬਾਟਿਕਾ ਰਾਜ ਤਰੂਰੀ, ਜਿੱਥੇ ਚਿੱਟੇ ਰੰਗ ਦੇ ਫੁੱਲਾਂ ਦੀ ਬਗੀਚੀ ਹੈ। ਮਧਪ ਗੁੰਜਾਰ ਹੈ ਗੰਧਤ ਭੂਰੀ, ਜਿੱਥੇ ਬੜੇ ਸੋਹਣੇ ਭੌਰੇ ਗੁੰਜਾਰਦੇ ਹਨ। ਜਾਮੀ ਕਰਕੇ ਸੁਭਗ ਬਿਮਾਨਾ, ਜਿੱਥੇ ਸੋਨੇ ਦੇ ਸੋਹਣੇ ਬਿਬਾਨ ਬਣੇ ਹੋਏ ਨੇ, ਖਚੇ ਮਣਨ ਜਾ ਮਹਿ ਰੰਗ ਨਾਨਾ, ਜਿਨ੍ਹਾਂ ਵਿੱਚ ਮਣੀਆਂ ਖਚੀਆਂ ਹੋਈਆਂ ਬੜੇ ਸੁੰਦਰ। ਫਿਰ ਹੈ ਤਹਾਂ ਬਹੁ ਭਗਤ ਸੁਹਾਏ, ਉੱਥੇ ਮੇਰੇ ਚਾਰੇ ਪੁੱਤਰ ਸਨਕ ਸਨਾਤਨ ਸਨਤ ਕੁਮਾਰ ਇਹ ਚਾਰੇ ਫਿਰ ਰਹੇ ਸਨ, ਜਿਲ ਸੇਵਾ ਕਰ ਬਿਸ਼ਨ ਰਝਾਏ, ਜਿਨ੍ਹਾਂ ਨੇ ਵਿਸ਼ਨੂੰ ਭਗਵਾਨ ਦੀ ਸੇਵਾ ਕਰਕੇ ਉਹਨੂੰ ਪ੍ਰਸੰਨ ਕੀਤਾ। ਹਾਟਕ ਫਟਕ ਪੀਤ ਜਹ ਸੋਹਤ, ਕਹਿੰਦੇ ਜਿੱਥੇ ਹਾਟਕ ਦੀਆਂ ਮਣੀਆਂ ਦੀਆਂ ਕੰਧਾਂ ਬਣੀਆਂ ਸੋਭਦੀਆਂ ਨੇ, ਤਲੇ ਚਿਤਾਨ ਬਲੇ ਮਨ ਮੋਹਤ, ਜਿੱਥੇ ਬੜੀਆਂ ਸੋਹਣੀਆਂ ਤਾਨ ਆਕਾਸ਼ ਦੇ ਵਿੱਚ ਬੜੀਆਂ ਸੋਹਣੀਆਂ ਕਹਿੰਦੇ ਤਾਨਾਂ ਲਾਈਆਂ ਹੋਈਆਂ ਨੇ, ਚੰਦੋਏ ਲਾਏ ਹੋਏ ਨੇ, ਮੁਕਤਾ ਕੀ ਝਾਲਰ ਇੱਕ ਸਾਰੀ, ਔਰ ਮੋਤੀਆਂ ਦੀਆਂ ਝਾਲਰਾਂ ਇੱਕਦਮ ਬਰਾਬਰ ਲਟਕਦੀਆਂ ਹਨ। ਕਰ ਸਰੋਜ ਤਹਿ ਰਮਾ ਬਿਹਾਰੀ, ਉੱਥੇ ਹੀ ਰਮਾ ਸਮੇਤ ਵਸਦਾ ਵਿਸ਼ਨੂੰ। ਦੂਪਰਾਧ ਹੈ ਭੂਖਲ ਜੇਈ, ਔਰ ਜਿਸ ਨੇ ਬੜੇ ਸੁੰਦਰ ਗਹਿਣੇ ਆਭੂਸ਼ਣ ਧਾਰਨ ਕੀਤੇ ਹੋਏ ਨੇ, ਅੰਗ ਹਲੇ ਕਲਕਾਰ ਹੈ ਤੇਈ, ਔਰ ਉਹ ਗਹਿਣੇ ਉਹਦੇ ਸਰੀਰ ਦੇ ਅੰਗਾਂ ਨਾਲ ਹਿਲਦੇ ਹਨ। ਰੁਚਰ ਸਥਾਨ ਬਿਲੋਕਤ ਜਾਈ, ਇਹੋ ਜਿਹਾ ਸੋਹਣਾ ਥਾਂ ਜਾ ਕੇ ਉਹਨਾਂ ਸਨਤ ਕੁਮਾਰ ਆਦਿਕ ਨੇ ਵੇਖਿਆ। ਸਨਕਾਦਿਕ ਜੇ ਚਾਰੋਂ ਭਾਈ, ਜਿਹੜੇ ਸਨਕਾਦਿਕ ਆਦਿਕ ਚਾਰੋਂ ਭਰਾ ਹਨ, ਕਿਉਂਕਿ ਖਸ਼ਟ ਉਲੰਘੇ ਜਬ ਹੀ, ਉਹ ਕਹਿੰਦੇ ਲੰਘਦੇ ਜਾ ਰਹੇ ਸੀ ਅੰਦਰ ਮਹਿਲ ਵੇਖਦੇ। ਬ੍ਰਹਮਾ ਜੀ ਦੱਸ ਰਹੇ ਨੇ ਵੀ ਮੇਰੇ ਪੁੱਤਰ ਇੱਕ ਵਾਰੀ ਵਿਸ਼ਨੂਪੁਰੀ 'ਚ ਗਏ। ਵਿਸ਼ਨੂਪੁਰੀ ਬੜੀ ਸੁੰਦਰ ਬਣੀ ਹੋਈ, ਇੱਕ ਇੱਕ ਮਹਿਲ ਲੰਘਦੇ ਲੰਘਦੇ ਉਹ 6 ਚੌਂਕੀਆਂ ਤੱਕ ਲੰਘ ਕੇ ਗਏ। ਸਪਤਮ ਪੌਰ ਗਏ ਜਲ ਚਲ ਤਬ ਹੀ, ਹੁਣ 6 ਦਰਵਾਜ਼ੇ ਲੰਘ ਕੇ ਜਦੋਂ 7ਵੇਂ ਦਰਵਾਜ਼ੇ 'ਚ ਪਹੁੰਚੇ, ਤਹ ਜੋ ਹੁਤੇ ਠਾਂਡੇ ਦਰਵਾਨਾ, ਉੱਥੇ ਦਰਵਾਨਚੀ ਖੜੇ ਸੀ ਦੋ, ਜਿਹੜੇ ਉਸ ਦਰਵਾਜ਼ੇ ਦੇ ਉੱਤੇ ਪਹਿਰਾ ਦੇ ਰਹੇ ਸਨ। ਪੈਤ ਅਰਾਏ ਤਿਨ ਹੈ ਅਟਕਾਨਾ, ਉਹਨਾਂ ਨੇ ਆਪਣੀ ਅੱਗੇ ਜਿਹੜਾ ਉਹਨਾਂ ਦੇ ਹੱਥ 'ਚ ਚੋਭ ਹੁੰਦੀ ਹੈ ਉਹ ਅੱਗੇ ਕਰਕੇ ਤੇ ਇਹਨਾਂ ਚਾਰਾਂ ਦਾ ਰਾਹ ਰੋਕ ਦਿੱਤਾ। ਜਿਹੜੇ ਸਨਤ ਸਨਾਤਨ ਸਨਤ ਕੁਮਾਰ ਇਹ 4 ਬ੍ਰਹਮਾ ਦੇ ਪੁੱਤਰ ਨੇ, ਜਿਨ੍ਹਾਂ ਬਾਰੇ ਮਹਾਰਾਜ ਕਬੀਰ ਜੀ ਨੇ ਗੁਰਬਾਣੀ 'ਚ ਲਿਖਿਆ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰੁ ਮਰਮ ਨਾ ਜਾਣਾ। ਬ੍ਰਹਮਾਦਿਕ ਸਨਕਾਦਿਕ, ਜਦੋਂ ਸਨਕਾਦਿਕ ਸ਼ਬਦ ਵਰਤਿਆ ਜਾਂਦਾ ਹੈ ਤੇ ਬ੍ਰਹਮਾ ਦੇ 4 ਪੁੱਤਰਾਂ ਵਾਸਤੇ ਵਰਤਿਆ ਜਾਂਦਾ ਹੈ। ਇਹਨਾਂ ਬਾਰੇ ਇਸ ਤਰ੍ਹਾਂ ਦੱਸਿਆ ਪੁਰਾਣਾਂ ਵਿੱਚ ਵੀ ਇਹ ਕਿਸ਼ੋਰ ਅਵਸਥਾ 'ਚ ਹੀ ਰਹਿੰਦੇ ਨੇ। ਬਾਲ ਅਵਸਥਾ ਜਿਹੜੀ ਹੁੰਦੀ ਨਾ 14 ਕੁ ਸਾਲ ਦੀ, ਇਹਨਾਂ ਨੇ ਮੰਗ ਕੇ ਲਈ ਪਰਮੇਸ਼ਰ ਕੋਲੋਂ ਵੀ ਸਾਨੂੰ ਇਸ ਉਮਰ ਵਿੱਚ ਹੀ ਰਹਿਣ ਦੇਣਾ। ਉਸ ਉਮਰ 'ਚ ਹੀ ਰਹਿੰਦੇ ਤੇ ਭਗਤੀ ਕਰਦੇ ਨੇ ਵਿਸ਼ਨੂੰ ਦੀ। ਇਹ ਕਹਿੰਦੇ ਬ੍ਰਹਮਾ ਜੀ ਦੱਸ ਰਹੇ ਨੇ, ਦੇਵਤੇ ਜਦੋਂ ਆਏ ਨਾ ਬੇਨਤੀ ਕਰਨ ਵੀ ਇਹ ਕਿਹੜਾ ਪੈਦਾ ਹੋਣਾ ਜਿਹੜਾ ਜਨਮ ਤੋਂ ਪਹਿਲਾਂ ਸਾਨੂੰ ਇਹੋ ਜਿਹਾ ਦੁੱਖ ਦੇ ਰਿਹਾ ਤੇ ਬਾਅਦ ਵਿੱਚ ਕੀ ਕਰੇਗਾ। ਬ੍ਰਹਮਾ ਜੀ ਫਿਰ ਦੱਸ ਰਹੇ ਨੇ, ਕਹਿੰਦੇ ਉਹ ਜਦੋਂ ਗਏ ਤੇ 7ਵੇਂ ਦਰਵਾਜ਼ੇ ਤੇ ਪਹੁੰਚੇ, ਉੱਥੇ ਜਿਹੜੇ ਦਰਵਾਨਚੀ ਸਨ ਉਹਨਾਂ ਨੇ ਰਸਤਾ ਰੋਕ ਲਿਆ। ਪੰਜ ਬਰਖ ਜਿਨ ਬੈਸ ਸਦਾਈ, ਕਹਿੰਦੇ ਛੋਟੀ ਉਮਰ ਵਿੱਚ ਬਾਲ ਅਵਸਥਾ ਵਿੱਚ ਹੀ ਰਹਿੰਦੇ ਨੇ ਚਾਰੇ। ਪਰਮਹੰਸ ਦਿਸ਼ ਬਸਨ ਬਨਾਈ, ਔਰ ਪਰਮਹੰਸ ਅਵਸਥਾ 'ਚ ਨਗਨ ਰਹਿੰਦੇ ਨੇ। ਦਿਸ਼ਾ ਨਹੀਂ ਨਾ, ਦਿਸ਼ਾ ਨੂੰ ਹੀ ਆਪਣੇ ਸਰੀਰ ਦਾ ਅੰਬਰ ਬਣਾਇਆ ਹੋਇਆ। ਸਦਾ ਗਿਆਨ ਘਨ ਜਾਵਤ ਰੋਕੇ, ਔਰ ਕਹਿੰਦੇ ਉੱਥੇ ਲੰਘਦੇ ਜਾਂਦੇ ਤੇ ਇਹਨਾਂ ਨੂੰ ਰੋਕ ਲਿਆ। ਦਰਵਾਨਨ ਦਿਸ਼ ਰਖਨ ਬਿਲੋਕੇ, ਤੇ ਇਹਨਾਂ 4 ਰਿਸ਼ੀਆਂ ਨੇ ਉਹਨਾਂ ਦਰਵਾਨਚੀਆਂ ਵੱਲ ਵੇਖਿਆ। ਕਹਿਣ ਲੱਗੇ ਇੱਕ ਪ੍ਰਭ ਪੈ ਜਾਈ, ਉਹ ਕਹਿਣ ਲੱਗੇ ਵੀ ਅਸੀਂ ਇੱਕ ਪ੍ਰਭੂ ਦੇ ਕੋਲ ਜਾ ਰਹੇ ਹਾਂ। ਇਕਲ ਕੋ ਰੋਕੋ ਇਹ ਥਾਈ, ਕੀ ਵੇਖਿਆ ਵੀ ਉਹਨਾਂ ਨੇ ਕੁਝ ਕਾਂ ਨੂੰ ਤੇ ਜਾਣ ਦੇ ਦਿੱਤਾ ਅੱਗੇ। ਜਦੋਂ ਇਹ ਚਾਰੇ ਆਏ ਤੇ ਇਹਨਾਂ ਨੂੰ ਰੋਕ ਲਿਆ। ਜਦੋਂ ਇਹਨਾਂ ਨੂੰ ਰੋਕ ਲਿਆ, ਭੇਦ ਦ੍ਰਿਸ਼ਟ ਜੇ ਕਰਨ ਹਾਰੇ, ਉਹ ਕਹਿੰਦੇ ਵੀ ਤੁਸੀਂ ਭੇਦ ਦ੍ਰਿਸ਼ਟੀ ਰੱਖੀ ਹੈ ਵੀ ਕੁਝ ਕਾਂ ਨੂੰ ਤੁਸੀਂ ਜਾਣ ਦੇ ਦਿੱਤਾ, ਸਾਨੂੰ ਤੁਸੀਂ ਰੋਕ ਦਿੱਤਾ। ਜਾਂ ਤਾਂ ਸਾਰਿਆਂ ਨੂੰ ਹੀ ਰੋਕੋ ਜਾਂ ਸਾਰਿਆਂ ਨੂੰ ਜਾਣ ਦਿਓ।
ਇਦਾਂ ਇਹਨਾਂ ਨੇ ਦਰਵਾਂਚੀਆਂ ਨਾਲ ਗੱਲ ਕੀਤੀ ਕਿ ਤੁਸੀਂ ਇਹ ਭੇਦਵਾਦੀ ਦ੍ਰਿਸ਼ਟੀ ਰੱਖੀ ਹੈ, ਰਹਿਣ ਉਚਿਤ ਨਹਿ ਪ੍ਰਭ ਦਰਬਾਰੇ। ਤੁਸੀਂ ਇੱਥੇ ਪ੍ਰਭੂ ਦੇ ਦਰਬਾਰ ਵਿੱਚ ਰਹਿਣ ਦੇ ਯੋਗ ਨਹੀਂ ਹੋ, ਕਿਉਂਕਿ ਤੁਸੀਂ ਇੱਥੇ ਰੱਬ ਦੇ ਦਰਵਾਜ਼ੇ ਤੇ ਖਲੋਤੇ, ਪ੍ਰਭੂ ਦੇ ਵਿਸ਼ਨੂੰ ਦੇ ਦਰਵਾਜ਼ੇ ਤੇ ਖਲੋਤੇ, ਤੁਸੀਂ ਭੇਦਵਾਦੀ ਦ੍ਰਿਸ਼ਟੀ ਰੱਖਦੇ ਹੋ ਵੀ ਚਲੋ ਜਿਹੜੇ ਮੇਰੇ ਨੇ ਉਹ ਲੰਘ ਜਾਣ, ਜਿਹੜੇ ਬਗਾਨੇ ਨੇ ਉਹਨਾਂ ਨੂੰ ਰੋਕ ਦਿਓ। ਕਹਿੰਦੇ ਇਹ ਜਿਹੜੀ ਭੇਦਵਾਦੀ ਦ੍ਰਿਸ਼ਟੀ ਹੈ, ਅਸੁਰ ਬੁੱਧ ਤੁਮਨੇ ਇਹ ਧਾਰੀ। ਇਹ ਤੁਹਾਡੀ ਰਾਖਸ਼ਾਂ ਵਾਲੀ ਬਿਰਤੀ ਹੈ, ਤੁਸੀਂ ਇਹ ਅਸੁਰਾਂ ਵਾਲੀ ਬਿਰਤੀ ਧਾਰਨ ਕੀਤੀ ਹੈ। ਜਾਏ ਤਰਹੋ ਤਨ ਧਰਨ ਮਜਹਾਰੀ। ਜਾਓ ਤੁਸੀਂ ਸੰਸਾਰ ਵਿੱਚ ਜਾ ਕੇ ਰਾਖਸ਼ਾਂ ਦੀ ਜੋਨੀ ਚ ਪਵੋ। ਏਦਾਂ ਉਹਨਾਂ ਨੇ ਸ਼ਰਾਪ ਦੇ ਦਿੱਤਾ ਵੀ ਤੁਸੀਂ ਰਾਖਸ਼ ਦੀ ਜੂਨ ਦੇ ਵਿੱਚ ਜਾ ਕੇ ਪਵੋ, ਸਮ ਦ੍ਰਿਸ਼ਟੀ ਗੁਣ ਸਰਬ ਸਮੇਤਾ। ਕਿਉਂਕਿ ਤੁਹਾਡੇ ਕੋਲ ਸਮਾਨ ਦ੍ਰਿਸ਼ਟੀ ਨਹੀਂ ਹੈ। ਐਸੇ ਚਾਹੀਤ ਪ੍ਰਭੂ ਨਿਕੇਤਾ। ਰੱਬ ਦੇ ਇਸ ਭਗਵਾਨ ਦੇ ਘਰ ਦੇ ਕੋਲ ਤਾਂ ਉਹ ਬੰਦੇ ਚਾਹੀਦੇ ਨੇ ਜਿਨ੍ਹਾਂ ਦੀ ਦ੍ਰਿਸ਼ਟੀ 'ਚ ਸਾਰੇ ਇੱਕ ਸਮਾਨ ਹੋਵਣ। ਸੁਨ ਕਰ ਸਰਾਪ ਭਏ ਪੈ ਮਾਨਾ। ਜਦੋਂ ਇਹ ਗੱਲ ਉਹਨਾਂ ਦਰਵਾਂਚੀਆਂ ਨੇ ਸੁਣੀ ਤੇ ਸੁਣ ਕੇ ਬੜੇ ਡਰੇ ਤੇ ਭੈ ਭੀਤ ਹੋਏ ਕਿ ਸਾਨੂੰ ਸਰਾਪ ਹੋ ਗਿਆ ਰਾਖਸ਼ ਹੋਣ ਦਾ। ਜੈ ਅਰ ਵਿਜੈ ਨਾਮ ਜਿਨ ਜਾਨਾ। ਇਹਨਾਂ ਦਾ ਕੀ ਨਾਂ ਸੀ? ਜਿਹੜੇ ਦਰਵਾਂਚੀ ਸੀ, ਇੱਕ ਦਾ ਨਾਮ ਸੀ ਜੈ ਤੇ ਦੂਜੇ ਦਾ ਨਾਮ ਸੀ ਵਿਜੈ। ਜੈ ਵਿਜੈ ਕੀ ਪਦਵੀ ਪਾਈ। ਇਹ ਜੈ ਤੇ ਵਿਜੈ ਨਾਮ ਦੇ ਦੋ ਦਰਬਾਨਚੀ ਸਨ। ਬਿਨੈ ਕਰਨ ਲਾਗੇ ਕਰ ਜੋਰੀ। ਇਹ ਹੱਥ ਜੋੜ ਕੇ ਫਿਰ ਬੇਨਤੀ ਕਰਕੇ ਤਰਲ ਮਿੰਨਤ ਕਰਨ ਲੱਗੇ। ਦਇਓ ਸਰਾਪ ਤੁਮਨੇ ਦੁਖ ਘੋਰੀ। ਕਹਿਣ ਲੱਗੇ ਜੀ ਜਿਹੜਾ ਸ਼ਰਾਪ ਤੁਸੀਂ ਦਿੱਤਾ ਬੜਾ ਘੋਰ ਤੇ ਭਿਆਨਕ। ਧਾਰ ਅਨੁਗ੍ਰਹੋ ਅਸਬਰ ਦੀਜੈ। ਹੁਣ ਜਿਹੜੇ ਸ਼ਰਾਪ ਤਾਂ ਇਹ ਪੂਰਾ ਹੋਣਾ ਹੀ ਹੈ, ਪਰ ਹੁਣ ਸਾਡੇ ਤੇ ਅਨੁਗ੍ਰਹ ਕਰਕੇ ਸਾਡੇ ਤੇ ਕਿਰਪਾ ਕਰੋ ਜਾਂ ਤੇ ਪ੍ਰਭੂ ਨਾ ਹਿਰਦੈ ਭੁਲੀਜੈ। ਕਿ ਸਾਨੂੰ ਰੱਬ ਨਾ ਭੁੱਲੇ। ਸਾਨੂੰ ਸਾਡਾ ਜਿਹੜਾ ਭਗਵਾਨ ਹੈ, ਕਿਉਂਕਿ ਉਹਨਾਂ ਵਾਸਤੇ ਤਾਂ ਉਹਨਾਂ ਦਾ ਭਗਵਾਨ ਰੱਬ ਵਿਸ਼ਨੂੰ ਹੀ ਹੈ ਨਾ, ਕਹਿੰਦੇ ਸਾਡਾ ਭਗਵਾਨ ਸਾਨੂੰ ਨਾ ਭੁੱਲੇ। ਸਰਾਪ ਅੰਤ ਪੁਨ ਦੇਹੋ ਬਤਾਈ। ਫਿਰ ਇਹ ਸ਼ਰਾਪ ਜਿਹੜਾ ਦਿੱਤਾ ਇਹਦਾ ਅੰਤ ਕਿਵੇਂ ਹੋਵੇਗਾ ਉਹ ਵੀ ਦੱਸ ਦਿਓ। ਹਮ ਆਏ ਤੁਮ ਪਗ ਸ਼ਰਣਾਈ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਦਿਲ ਕੀ ਬਿਨੈ ਸ਼ਰੋਨ ਸੁਨ ਜਬ ਹੀ। ਉਹਦੀ ਬੇਨਤੀ ਕਹਿੰਦੇ ਜਦੋਂ ਏਦਾਂ ਸੁਣੀ ਇਹਨਾਂ ਨੇ ਦੇਵਤਿਆਂ ਨੇ, ਬੋਲੇ ਪਰਮ ਰਖੀਸ਼ਵਰ ਤਬ ਹੀ। ਫਿਰ ਇਹ ਰਖੀਸ਼ਵਰ ਬੋਲੇ, ਸਹਿ ਕਰ ਸਰਾਪ ਦੈਤ ਤਨ ਪਾਵਹੁ। ਕਹਿਣ ਲੱਗੇ ਵੀ ਤੁਹਾਨੂੰ ਇਹ ਸ਼ਰਾਪ ਤਾਂ ਹੋ ਗਿਆ, ਤੁਸੀਂ ਦਾਨਵ ਬਣੋਗੇ, ਜਾਏ ਭੂਮ ਤਲ ਰਾਜ ਕਮਾਵਹੁ। ਤੁਸੀਂ ਧਰਤੀ ਤੇ ਜਾ ਕੇ ਰਾਜ ਕਮਾਵੋਗੇ, ਤੁਸੀਂ ਰਾਜੇ ਹੋਵੋਗੇ। ਸ਼੍ਰੀ ਪ੍ਰਭ ਬਿਸ਼ਨ ਤਰਹਿ ਅਵਤਾਰਾ। ਤੁਹਾਡੇ ਵੱਧ ਨਿਮਿਤ ਭਗਵਾਨ ਵਿਸ਼ਨੂੰ ਜੀ ਅਵਤਾਰ ਧਾਰਨਗੇ। ਦਿਲ ਕੇ ਹੱਥ ਹੋਏ ਸੰਘਾਰਾ। ਉਹਨਾਂ ਦੇ ਹੱਥੋਂ ਤੁਹਾਡੀ ਮੌਤ ਹੋਵੇਗੀ, ਜਿਸ ਨਾਲ ਤੁਸੀਂ ਮੁਕਤ ਹੋਵੋਗੇ। ਜਦੋਂ ਭਗਵਾਨ ਜੀ ਖੁਦ ਤੁਹਾਨੂੰ ਹੱਥੀਂ ਮਾਰਨਗੇ ਤੇ ਮੁਕਤ ਹੋਵੋਗੇ। ਤੀਨ ਜਨਮ ਧਰ ਭੂਮ ਮਝਾਰੇ। ਏਦਾਂ ਭਗਵਾਨ ਜੀ 3 ਜਨਮ ਲੈਣਗੇ ਤੁਹਾਡੇ ਨਿਮਿਤ। ਬੋਲੇ ਆਵੋ ਸ਼੍ਰੀ ਪ੍ਰਭ ਦਰਬਾਰੇ। ਫਿਰ ਤੁਸੀਂ ਜਦੋਂ ਮੁਕਤ ਹੋਵੋਗੇ, ਮੁਕਤ ਹੋ ਕੇ ਵਾਪਸ ਭਗਵਾਨ ਵਿਸ਼ਨੂੰ ਦੇ ਦਰਵਾਜ਼ੇ ਤੇ ਆਵੋਗੇ। ਬਾਤ ਲਖੀ ਜਬ ਕਮਲਾ ਕੰਤਾ। ਕਹਿੰਦੇ ਏਦਾਂ ਅੰਦਰ ਭਗਵਾਨ ਵਿਸ਼ਨੂੰ ਜੀ ਨੂੰ ਜਦੋਂ ਪਤਾ ਲੱਗਾ ਵੀ ਏਦਾਂ ਬਾਹਰ ਰਿਸ਼ੀਆਂ ਵੱਲੋਂ ਸ਼ਰਾਪ ਹੋ ਗਿਆ, ਦੌਰੇ ਸਭ ਤੈ ਤਜੇ ਤੁਰੰਤਾ। ਉਹ ਵੀ ਦੌੜ ਕੇ ਭੱਜ ਕੇ ਆਏ ਬਾਹਰ। ਪਰਮਹੰਸ ਲੇਖ ਭਗਤ ਬਿਸਾਲਾ। ਵੇਖਿਆ ਕਿ ਪਰਮਹੰਸ ਅਵਸਥਾ ਦੇ ਭਗਤ ਹਨ। ਕ੍ਰੋਧ ਛਿਮਾਪਨ ਤਿਨਹਿ ਕਿਰਪਾਲਾ। ਭਗਵਾਨ ਜੀ ਨੇ ਆ ਕੇ ਉਹਨਾਂ ਰਿਸ਼ੀਆਂ ਨੂੰ ਸ਼ਾਂਤ ਕੀਤਾ। ਪਗ ਨੰਗੇ ਆਏ ਚੱਲ ਦਵਾਰਾ। ਨੰਗੇ ਪੈਰੀਂ ਚੱਲ ਕੇ ਆਏ ਦਰਵਾਜ਼ੇ ਤੇ। ਕੇਵਲ ਜਿਨ ਕੋ ਪ੍ਰੇਮ ਪਿਆਰਾ। ਜਿਨ੍ਹਾਂ ਨੂੰ ਕੇਵਲ ਆਪਣੇ ਭਗਤਾਂ ਦਾ ਪ੍ਰੇਮ ਪਿਆਰਾ। ਜਦੋਂ ਭਗਵਾਨ ਜੀ ਨੂੰ ਪਤਾ ਲੱਗਾ ਵੀ ਏਦਾਂ ਮੇਰੇ ਭਗਤਾਂ ਨੂੰ ਬਾਹਰ ਰੋਕ ਲਿਆ ਦਰਵਾਜ਼ੇ ਤੇ ਭਗਵਾਨ ਵਿਸ਼ਨੂੰ ਜੀ ਨੰਗੇ ਪੈਰੀ ਆਏ ਉਹਨਾਂ ਨੂੰ ਬਾਹਰ ਲੈਣ ਵਾਸਤੇ। ਆਪਣੇ ਚਰਨ ਰਖੀ ਦਿਖਰਾਏ। ਔਰ ਫਿਰ ਆਪਣੇ ਚਰਨ ਜਿਹੜੇ ਸੀ ਰਖੀਸ਼ਰਾਂ ਨੇ ਦਿਖਾਏ। ਰੋਸ ਸਪੂਰਨ ਸ਼ਾਂਤ ਕਰਾਏ। ਏਦਾਂ ਫਿਰ ਆ ਕੇ ਉਹਨਾਂ ਰਿਸ਼ੀਆਂ ਨੂੰ ਸ਼ਾਂਤ ਕੀਤਾ। ਸ਼ਾਮ ਸਰੂਪ ਅਨੂਪਮ ਲੋਨਾ। ਭਗਵਾਨ ਵਿਸ਼ਨੂੰ ਦਾ ਸ਼ਾਮ ਵਰਣ ਹੈ, ਨੇਤਰ ਸੁੰਦਰ ਹਨ।
ਪ੍ਰਿਥਨ ਤੰਬ ਜਿਨ ਕੀ ਛਬ ਕੋ ਨਾ ਜਿਨ੍ਹਾਂ ਦੇ ਬਲੀ ਕਹਿੰਦੇ ਜਾਂਘਾਂ ਹਨ ਤੇ ਛਵੀ ਬੜੀ ਸੁੰਦਰ ਹੈ। ਛੁਦਰ ਘੰਟਕਾ ਬਦੀ ਸੁਹਾਵਨ ਭਗਵਾਨ ਵਿਸ਼ਨੂੰ ਦੀ ਲੱਕ ਨਾਲ ਤੜਾਗੀ ਬੱਧੀ ਹੋਈ ਬੜੀ ਸੁੰਦਰ। ਕਰ ਮਹਿ ਬਨ ਮਾਲਾ ਮਨ ਭਾਵਨ ਗਲ ਵਿੱਚ ਬੈਜੰਤੀ ਫੁੱਲਾਂ ਦੀ ਮਾਲਾ ਪਾਈ ਹੋਈ ਹੈ। ਚਾਰ ਪੁਜਾ ਮੈਂ ਭੂਖਨ ਚਾਰੂ ਚਾਰ ਬਾਹਾਂ ਨੇ ਤੇ ਚਾਰਾਂ ਬਾਹਾਂ ਵਿੱਚ ਆਭੂਸ਼ਣ ਧਾਰਨ ਕੀਤੇ ਹੋਏ ਨੇ। ਕੰਕਨ ਮੁਦਰਿਕ ਅੰਗਦ ਧਾਰੂ ਹੱਥਾਂ ਦੇ ਵਿੱਚ ਕੜੇ ਤੇ ਉਂਗਲਾਂ ਵਿੱਚ ਮੁੰਦਰੀਆਂ ਪਾਈਆਂ ਤੇ ਡੋਲਿਆਂ ਨਾਲ ਬਹੂਟੇ ਬੱਧੇ ਹੋਏ ਨੇ। ਉਦਰ ਤ੍ਰਿਵਲੀ ਸੰਜੋਤ ਰਾਜਤ ਔਰ ਪੇਟ ਦੇ ਉੱਤੇ 3 ਵਾਲ ਪੈਂਦੇ ਹਨ। ਉન્નਤ ਕੰਦ ਬ੍ਰਿਖਬ ਸਮ ਛਾਜਤ ਉੱਚੇ ਮੋਢੇ ਨੇ ਜਿਵੇਂ ਬਲਦ ਦੇ ਬੈਲ ਦੇ ਹੁੰਦੇ ਐ। ਰੋਚੇਰਾ ਚਿਬਕ ਮੁਖਸ਼ਿਆਨ ਕਪੋਲੰ ਚਿਬਕ ਕਹਿੰਦੇ ਆ ਠੋਡੀ ਨੂੰ, ਠੋਡੀ ਬੜੀ ਸੁੰਦਰ ਹੈ। ਇਸੇ ਤਰ੍ਹਾਂ ਕਹਿੰਦੇ ਮੁਸ਼ਕਿਆਨ ਕਪੋਲੰਗ, ਮੁਸਕਰਾ ਰਹੇ ਨੇ, ਗੱਲਾਂ ਬੜੀਆਂ ਸੁੰਦਰ ਹਨ। ਜਿਨ ਪਰ ਸੋਹਤ ਕੁੰਡਲ ਲੋਲੰ ਤੇ ਕੰਨਾਂ ਵਿੱਚ ਕੁੰਡਲ ਪਾਏ ਨੇ ਬੜੇ ਸੁੰਦਰ, ਜਿਨ੍ਹਾਂ ਵਿੱਚ ਕੀਮਤੀ ਮੋਤੀ ਲਟਕਦੇ ਹਨ। ਬ੍ਰਿਦਮ ਅਧਰ ਦਸਨ ਜਨ ਹੀਰੰ ਔਰ ਮੂੰਹ ਵਿੱਚ ਦੰਦਾਂ ਦੀ ਮਾਲਾ ਏਦਾਂ ਜਾਪਦੀ ਆ ਜਿਵੇਂ ਹੀਰੇ ਚਮਕਦੇ ਹੋਣ। ਭ੍ਰਿਕੁਟੀ ਤਨੁਖ ਨਾਸਕਾ ਕੀਰੰ ਔਰ ਅੱਖਾਂ ਦੇ ਉੱਤੇ ਪਰਬੱਟੇ ਜਿਹੜੇ ਨੇ ਉਹ ਕਮਾਨ ਵਾਂਗੂ ਨੇ, ਨੱਕ ਬੜੀ ਸੁੰਦਰ ਹੈ। ਕੁੰਤਲ ਲਲਿਤ ਅਲਿਕ ਇਹ ਛੋਨੰ ਔਰ ਵਾਲ ਕੇਸ ਭਗਵਾਨ ਵਿਸ਼ਨੂੰ ਦੇ ਬੜੇ ਸੁੰਦਰ ਕਾਲੇ ਰੰਗ ਦੇ ਕੇਸ ਹਨ। ਲੋਚਨ ਉਤਪਲ ਦਲ ਛਬ ਭੋਨੰ ਨੇਤਰਾਂ ਦੀਆਂ ਅੱਖਾਂ ਦੀਆਂ ਜਿਹੜੀਆਂ ਨਿੱਕੀਆਂ ਝਿੰਮੀਆਂ ਕਾਲੇ ਰੰਗ ਦੀਆਂ ਬੜੀਆਂ ਸੁੰਦਰ, ਬੜੀਆਂ ਸੋਹਣੀਆਂ ਪਲਕਾਂ ਹਨ। ਚਿਤਵਨ ਚਾਰ ਮਹਾ ਸੁਖਕਾਰੀ ਔਰ ਆਪਣੇ ਭਗਤਾਂ ਵੱਲ ਵੇਖ ਕੇ ਉਹਨਾਂ ਨੂੰ ਸੁਖ ਦਿੰਦੇ ਐ। ਸਿਰ ਕਿਰੀਟ ਜਿਹੇ ਉਪਮਾ ਭਾਰੀ ਔਰ ਸੀਸ ਉੱਤੇ ਬੜਾ ਸੁੰਦਰ ਮੁਕਟ ਧਾਰਨ ਕੀਤਾ ਹੋਇਆ ਹੈ। ਲਏ ਛਤਰ ਆਏ ਪ੍ਰਿਤ ਪਾਛੇ ਔਰ ਸਿਰ ਦੇ ਉੱਤੇ ਛਤਰ ਹੈ, ਨਾਲ ਨੌਕਰ ਚਾਕਰ ਹਨ, ਸੇਵਕ ਹਨ। ਸ਼ਾਸ ਸਾਮ ਮੁਕਤਾ ਝਾਲਰ ਆਛੇ ਔਰ ਜਿਵੇਂ ਚੰਦਰਮਾ ਦੀ ਪ੍ਰਭਾ ਹੁੰਦੀ ਹੈ ਏਦਾਂ ਮੋਤੀਆਂ ਦੀ ਪ੍ਰਭਾ ਨਜ਼ਰ ਆਉਂਦੀ ਸਰੀਰ ਤੇ। ਚਮਰ ਚਾਰ ਢੋਰਤ ਚਹੁ ਓਰੇ ਔਰ ਸਿਰ ਦੇ ਉੱਤੇ ਚਬਰ ਝੁੱਲ ਰਿਹਾ ਵਿਸ਼ਨੂੰ ਜੀ ਦੇ। ਬਿਜਲ ਸੁਭਾਗ ਆਨਿਓ ਤੇ ਦੋਰੇ ਔਰ ਇਸ ਤਰ੍ਹਾਂ ਚੱਲ ਕੇ ਆਏ ਆਪਣੇ ਭਗਤਾਂ ਦੇ ਪਾਸ। ਦੇਖੀਨ ਦੇਖ ਦਰਸਿਅਤ ਰੂਰਾ ਕਹਿੰਦੇ ਜਦੋਂ ਰਿਸ਼ੀਆਂ ਨੇ ਆ ਕੇ ਭਗਵਾਨ ਜੀ ਦੇ ਦਰਸ਼ਨ ਕੀਤੇ, ਕੋਟਿਕ ਚੰਦ ਨ ਮੁਖ ਛਬ ਪੂਰਾ ਇਹੋ ਜਿਹਾ ਸੋਹਣਾ ਚੰਦਰਮਾ ਜੈਸਾ ਮੁਖੜਾ ਹੈ। ਅਨੇਕ ਭਾਂਤ ਕੀ ਉਸਤਤ ਕਰਕੇ ਰਿਸ਼ੀਆਂ ਨੇ ਭਗਵਾਨ ਜੀ ਦੀ ਬੜੀ ਉਸਤਤੀ ਕੀਤੀ ਬੰਦਲ ਕੀਲ ਦੰਡਵਤ ਪਰਕੇ ਔਰ ਨਮਸਕਾਰ ਕੀਤੀ। ਦੰਡਵਤ ਮਤਲਬ ਡੰਡੇ ਵਾਂਗੂ ਡਿੱਗ ਕੇ। ਮਨ ਪਛੁਤਾਏ ਬੰਦ ਦੁਐ ਹਾਥਾ ਮਨ 'ਚ ਪਛਤਾਉਂਦੇ ਆ ਵੀ ਅਸੀਂ ਸਰਾਪ ਦੇ ਬੈਠੇ ਆ ਕਿ ਭਗਵਾਨ ਵਿਸ਼ਨੂੰ ਜੀ ਨੂੰ ਸਾਡੇ ਸਰਾਪ ਕਰਕੇ ਜਨਮ ਲੈਣਾ ਪੈਣਾ ਹੈ। ਇਸ ਗੱਲ ਦੀ ਮਨ ਦੇ ਵਿੱਚ ਇਹਨਾਂ ਰਿਸ਼ੀਆਂ ਦੇ ਚਿੰਤਾ ਵੀ ਆ ਤੇ ਫਿਕਰ ਵੀ ਹੈ। ਕਹਿਣ ਲੱਗੇ ਹੈ ਪ੍ਰਭ ਜਗਨਾਥਾ ਬੋਲੇ ਹੈ ਪ੍ਰਭੂ ਜੀ ਸੁਣੋ, ਬਿਨ ਅਪਰਾਧ ਸਰਾਪ ਹਮ ਦੀਨਾ ਕਹਿੰਦੇ ਅਸੀਂ ਕੋਈ ਅਪਰਾਧ ਨਹੀਂ ਸੀ, ਇਹਨਾਂ ਨੂੰ ਸਰਾਪ ਦੇ ਦਿੱਤਾ। ਇਹਨਾਂ ਨੇ ਤਾਂ ਵਿਚਾਰਿਆਂ ਆਪਣੀ ਡਿਊਟੀ ਕੀਤੀ ਹੈ। ਇਹ ਤਾਂ ਖਲੋਤੇ ਸਨ, ਇਹਨਾਂ ਨੂੰ ਤੁਸੀਂ ਹੁਕਮ ਕੀਤਾ ਸੀ ਵੀ ਕਿਸੇ ਨੂੰ ਆਉਣ ਨਾ ਦਿਓ ਅੰਦਰ। ਇਹਨਾਂ ਨੇ ਤਾਂ ਡਿਊਟੀ ਕੀਤੀ ਖਲੋ ਕੇ, ਅਸੀਂ ਇਹਨਾਂ ਨੂੰ ਸਰਾਪ ਬਿਨਾਂ ਕਾਰਨ ਤੋਂ ਹੀ ਦੇ ਬੈਠੇ ਆ। ਇਹ ਸਾਡੇ ਕੋਲੋਂ ਭੁੱਲ ਹੋਈ ਹੈ। ਕਰਹੋ ਛਿਮਾ ਪਨਿਆਪ ਪ੍ਰਬੀਨਾ हे ਭਗਵਾਨ ਜੀ ਸਾਨੂੰ ਛਿਮਾ ਕਰ ਦਿਓ। ਸੁਨ ਕਰ ਬਿਸ਼ਨ ਸਕਲ ਗੁਣ ਖਾਨੀ ਸੁਣ ਕੇ ਭਗਵਾਨ ਵਿਸ਼ਨੂੰ ਜੀ ਬੋਲੇ, ਮੁਸਕਤ ਮਧੁਰ ਕਹਿ ਤੁਮਰਿਦ ਬਾਨੀ ਮੁਸਕਰਾ ਕੇ ਮਿੱਠੇ ਮਿੱਠੇ ਬੋਲ ਬੋਲੇ। ਤੁਮਰੋ ਦੋਖ ਨਾ ਯਾ ਮੈਂ ਕੋਈ ਕਹਿਣ ਲੱਗੇ ਵੀ ਤੁਹਾਡਾ ਦੋਸ਼ ਨਹੀਂ ਕੋਈ ਰਿਸ਼ੀਓ। ਹਾਂਜੀ, ਯਹ ਸਭ ਸੰਮਤ ਮੇਰੋ ਹੋਈ ਇਹ ਸਭ ਮੇਰੀ ਰਚੀ ਹੋਈ ਲੀਲਾ ਸੀ। ਮੈਂ ਆਪ ਹੀ ਇਹ ਸਭ ਕੁਝ ਵਰਤਾਇਆ ਸੀ, ਕਿਉਂਕਿ ਧਰਤੀ ਤੇ ਸਭ ਕੁਝ ਹੋਣਾ ਸੀ। ਅਸ ਕੈ ਸੁੰਦਰ ਮੰਦਰ ਮਾਹੀ ਏਦਾਂ ਕਹਿ ਕੇ ਭਗਵਾਨ ਜੀ ਜਿਹੜਾ ਸੋਹਣਾ ਮੰਦਰ ਸੀ ਉਹਨਾਂ ਦਾ, ਲੈ ਬੈ ਸਾਰੇ ਪਿਕ ਸੁਖ ਪਾਹੀ ਇਹਨਾਂ ਰਿਸ਼ੀਆਂ ਨੂੰ ਉੱਥੇ ਲੈ ਕੇ ਗਏ, ਉੱਥੇ ਬਿਠਾਇਆ। ਯਹ ਪ੍ਰਸੰਗ ਸਭ ਅਮਰਨ ਸੰਗਾ ਕਹਿੰਦੇ ਇਸ ਕਰਕੇ ਉਹ ਜਿਹੜੇ ਜੈ ਤੇ ਵਿਜੈ ਨਾਮ ਦੇ 2 ਦਰਵਾਨਚੀ ਸੀ ਨਾ ਭਗਵਾਨ ਦੇ, ਉਹ ਰਾਖਸ਼ ਬਣ ਕੇ ਦਿੱਤੀ ਦੇ ਪੇਟ ਤੋਂ ਜਨਮ ਲੈਣਗੇ। ਉਹਨਾਂ ਦਾ ਤੇਜ ਬੜਾ, ਕਿਉਂਕਿ ਉਹਨਾਂ ਨੇ ਉੱਥੇ ਭਗਵਾਨ ਜੀ ਦੀ ਸੇਵਾ ਕੀਤੀ ਹੈ। ਉਹਦਾ ਤੇਜ ਹੁਣ ਰਾਖਸ਼ ਬਣ ਕੇ ਦੁੱਖ ਦੇਣਗੇ ਦੇਵਤਿਆਂ ਨੂੰ, ਇਹ ਤਾਂ ਸੁਭਾਵਿਕ ਸੀ। ਪਰ ਉਹਨਾਂ ਨੇ ਇਹ ਵੀ ਵਰ ਮੰਗਿਆ ਸੀ ਵੀ ਭਗਵਾਨ ਨਾ ਵਿਸਰੇ। ਹੁਣ ਭਗਵਾਨ ਉਹਨਾਂ ਨੂੰ ਪ੍ਰੇਮ ਕਰਕੇ ਚੇਤੇ ਨਹੀਂ ਆਉਣਾ, ਦੁਸ਼ਮਣੀ ਕਰਕੇ ਭਗਵਾਨ ਨੂੰ ਜ਼ਰੂਰ ਹਮੇਸ਼ਾ ਚੇਤੇ ਰੱਖਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਮੰਗ ਇਹੀ ਸੀ ਨਾ ਵੀ ਭਗਵਾਨ ਨਾ ਵਿਸਰੇ।
ਦੁਸ਼ਮਣੀ ਕਰਕੇ ਵੀ ਤਾਂ ਰੱਬ ਨੂੰ ਚੇਤੇ, ਦੁਸ਼ਮਣ ਵੀ ਚੇਤੇ ਰਹਿੰਦਾ ਨਾ, ਜਿਹੜਾ ਮਿੱਤਰ ਹੋਵੇ ਉਹ ਵੀ ਚੇਤੇ ਰਹਿੰਦਾ। ਦੁਸ਼ਮਣ ਇੰਨਾ ਜ਼ਿਆਦਾ ਚੇਤੇ ਰਿਹਾ, ਕਲਗੀਧਰ ਸਵਾਮੀ ਲਿਖਦੇ ਐ ਕਿ ਹਰਨਾਕਸ਼ ਦੇ ਘਰ ਪ੍ਰਹਿਲਾਦ ਦਾ ਜਨਮ ਹੋਣਾ ਕਿਵੇਂ ਸੰਭਵ ਹੋਇਆ। ਉਹ ਦਾਨਵ ਹੈ, ਰਾਖਸ਼ ਹੈ, ਰਾਖਸ਼ ਦੇ ਘਰ ਦੇਵਤਾ ਕਿਵੇਂ ਜੰਮ ਪਿਆ ਬਈ, ਭਗਤ ਕਿਵੇਂ ਜੰਮ ਪਿਆ। ਜਦੋਂ ਘਰ ਦੇ ਵਿੱਚ ਰਾਖਸ਼ ਹੈ, ਪਿਓ ਰਾਖਸ਼ ਹੈ, ਉਹਦਾ ਕਾਰਨ ਸੀ। ਕਲਗੀਧਰ ਲਿਖਦੇ ਆ, ਤਬ ਭਇਓ ਦੁਸ਼ਟ ਕੋ ਬੀਰਜ ਨਾਸ। ਕਲਗੀਧਰ ਕਹਿੰਦੇ ਕਿ ਹਰਨਾਕਸ਼ ਦਾ ਭਰਾ ਮਾਰਿਆ ਸੀ ਵਿਸ਼ਨੂੰ ਨੇ, ਹਰਨਾਕਸ਼ ਹਿਰਣਾਕਸ਼ਪ ਨੂੰ ਬਰਾਹ ਅਵਤਾਰ ਧਾਰ ਕੇ। ਇਹਦੇ ਮਨ 'ਚ ਸੀ ਦੁਸ਼ਮਣੀ, ਤਪੱਸਿਆ ਬੜੀ ਕੀਤੀ ਹਰਨਾਕਸ਼ ਨੇ, ਦੁਸ਼ਮਣੀ ਸੀ ਕਿ ਮੈਂ ਵਿਸ਼ਨੂੰ ਨੂੰ ਮਾਰਨਾ ਜੇ ਮੈਨੂੰ ਮਿਲਿਆ। ਹਰ ਵੇਲੇ ਮਨ 'ਚ ਵਿਸ਼ਨੂੰ ਦੀ ਦੁਸ਼ਮਣੀ ਨੂੰ ਚਿਤਵਦਾ ਰਹਿੰਦਾ ਵੀ ਮੇਰਾ ਦੁਸ਼ਮਣ ਵਿਸ਼ਨੂੰ ਹੈ। ਕਹਿੰਦੇ ਜਿਸ ਵਕਤ ਇਹ ਆਪਣੀ ਇਸਤਰੀ ਦੇ ਨਾਲ ਸੰਬੰਧ ਪੈਦਾ ਕਰ ਰਿਹਾ ਸੀ, ਇਹਦੇ ਮਨ ਵਿੱਚ ਉਸ ਵੇਲੇ ਵਿਸ਼ਨੂੰ ਦੀ ਚਿਤਵਨੀ ਚੱਲੀ, ਬਿੰਦ ਗਿਰਿਆ। ਉਹ ਵਿਸ਼ਨੂੰ ਦੀ ਚਿਤਵਨੀ ਕਰਕੇ ਜਿਸ ਵੇਲੇ ਬਿੰਦ ਗਿਰਿਆ, ਉਸ ਟਾਈਮ ਉਹਦਾ ਅਸਰ ਹੋਇਆ ਕਿ ਵਿਸ਼ਨੂੰ ਦਾ ਚਿੰਤਨ ਸੀ, ਇਸ ਕਰਕੇ ਭਗਤ ਦਾ ਜਨਮ ਹੋਇਆ, ਭਗਤ ਮਾਤਾ ਦੇ ਉਦਰ ਦੇ ਵਿੱਚ ਪ੍ਰਵੇਸ਼ ਹੋਇਆ। ਭਾਵੇਂ ਦੁਸ਼ਮਣੀ ਭਾਵ ਨਾਲ ਚਿਤਵਿਆ, ਵਿਸ਼ਨੂੰ ਨੂੰ ਦੁਸ਼ਮਣੀ ਭਾਵ ਨਾਲ ਚੇਤੇ ਕੀਤਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਇਹ ਸਾਰੀ ਲੀਲਾ, ਇਹ ਸਾਰੀ ਵਿਧ ਉਸ ਵੇਲੇ ਬਣੀ। ਤੋ ਬ੍ਰਹਮਾ ਜੀ ਨੇ ਸਾਰੀ ਕਹਾਣੀ ਜਿਹੜੀ ਪੁਰਾਣਾਂ ਦੀ ਲਿਖੀ ਹੋਈ ਉਹ ਸੁਣਾਈ ਉਹਨਾਂ ਦੇਵਤਿਆਂ ਨੂੰ ਵੀ ਇਹ ਉਹ ਦੋ ਦਾਨਵ ਉਹ ਨੇ ਜਿਹੜੇ ਜਨਮਣੇ ਨੇ ਦਿੱਤੀ ਦੇ ਉਦਰ ਤੋਂ ਕਸ਼ਯਪ ਰਿਸ਼ੀ ਦੇ ਘਰ ਵਿੱਚ, ਜਿਹੜੇ ਵਿਸ਼ਨੂੰ ਭਗਵਾਨ ਦੇ ਦਰਵਾਜ਼ੇ ਤੇ ਦੋਵੇਂ ਦਰਬਾਨਚੀ ਸਨ। ਵਿਦ ਹੈ ਸੁਨਾਇਓ ਸਹਿਤ ਮੰਗਾ। ਬ੍ਰਹਮਾ ਨੇ ਉਹ ਸਾਰੀ ਕਹਾਣੀ ਜਿੰਨੇ ਉਹ ਦੇਵਤੇ ਸੀ ਉਹਨਾਂ ਨੂੰ ਸੁਣਾਈ। ਦਿੱਤੀ ਗਰਭ ਮੈਂ ਲਖੀਏ ਸੋ। ਕਹਿੰਦੇ ਜਿਹੜੇ ਉਹ ਦਿੱਤੀ ਦੇ ਪੇਟ ਦੇ ਵਿੱਚ ਨੇ ਉਹ ਜੈ ਤੇ ਵਿਜੈ ਨਾਮ ਦੇ ਜਿਹੜੇ ਦੋ ਦਰਬਾਨਚੀ ਨੇ ਉਹੀ ਹਨ। ਮੋਤੇ ਹੋਤੇ ਉਪਾਏ ਨਾ ਕੋ। ਬ੍ਰਹਮਾ ਜੀ ਕਹਿੰਦੇ ਹੁਣ ਮੇਰੇ ਕੋਲੋਂ ਕੋਈ ਉਪਾਅ ਨਹੀਂ ਜੇ ਉਹਨਾਂ ਦਾ ਹੋਣਾ, ਉਹਨਾਂ ਨੂੰ ਤਾਂ ਹੁਣ ਭਗਵਾਨ ਵਿਸ਼ਨੂੰ ਨੇ ਹੀ ਮਾਰਨਾ ਜਦੋਂ ਸਮਾਂ ਆਵੇਗਾ। ਤੁਮ ਨਾ ਡਰੋ ਸ਼੍ਰੀਪਤ ਭਗਵਾਨਾ। ਇਸ ਕਰਕੇ ਤੁਸੀਂ ਡਰੋ ਨਾ, ਮਨ 'ਚ ਭੈ ਭੀਤ ਨਾ ਹੋਵੋ। ਉਹਨਾਂ ਦਾ ਵੀ ਪ੍ਰਬੰਧ ਪਹਿਲਾਂ ਹੀ ਬਣਿਆ, ਕਿਉਂਕਿ ਜਨਮ ਤੋਂ ਪਹਿਲਾਂ ਪਰਮੇਸ਼ਰ ਨੇ ਮਰਨਾ ਸੁਨਿਸ਼ਚਿਤ ਕੀਤਾ ਹੁੰਦਾ। ਇਹ ਪਹਿਲਾਂ ਹੀ ਸਾਰੀ ਲੀਲਾ ਰਚੀ ਹੁੰਦੀ ਹੈ। ਕਰ ਹੈ ਸਰਬ ਕੇਰ ਕਲਿਆਣਾ। ਉਹ ਵਿਸ਼ਨੂੰ ਜੀ ਤੁਹਾਡੀ ਸਾਰਿਆਂ ਦੀ ਕਲਿਆਣ ਕਰਨਗੇ। ਸੁਨ ਕਰ ਸ਼ੰਕ ਤਜੀ ਸੁਰ ਸਭ ਹੀ। ਇਹ ਸੁਣ ਕੇ ਦੇਵਤਿਆਂ ਨੇ ਸ਼ੰਕਾ ਛੱਡ ਦਿੱਤਾ ਵੀ ਇਹ ਤਾਂ ਹੁਣ ਜੋ ਹੋਣਾ ਸੀ ਹੋਏ ਕੇ ਹੀ ਰਹੇਗਾ। ਪਰ ਮਨ 'ਚ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਭਗਵਾਨ ਵਿਸ਼ਨੂੰ ਜੀ ਇਹ ਸਾਰਾ ਮਸਲਾ ਨਿਬੇੜਨਗੇ। ਨਿਜ ਨਿਜ ਲੋਕ ਗਏ ਚੱਲ ਤਬ ਹੀ। ਇਹ ਚੱਲ ਕੇ ਆਪੋ ਆਪਣੇ ਲੋਕ ਨੂੰ ਟੁਰ ਗਏ। ਦਿੱਤੀ ਬਰਖ ਸਤ ਗਰਭ ਧਰਿਓ ਜਬ। ਇਧਰ ਦਿੱਤੀ ਦੇ ਉਦਰ ਦੇ ਵਿੱਚ ਲੰਮੇ ਸਮੇਂ ਤੱਕ ਇਹ ਗਰਭ ਰਿਹਾ। ਜਨਮ ਕਾਲ ਉਤਪਾਤ ਭਏ ਤਬ। ਕਹਿੰਦੇ ਜਦੋਂ ਇਹਨਾਂ ਦਾਨਵਾਂ ਦਾ ਜਨਮ ਹੋਇਆ ਬੜੇ ਉਤਪਾਤ ਹੋਏ, ਉਪਦਰਵ ਹੋਏ। ਤੀਨ ਲੋਕ ਮੈਂ ਸ਼ਬਦ ਬਿਸਾਲਾ। ਕਹਿੰਦੇ ਇਹਨਾਂ ਦਾ ਜਨਮ ਹੋਣ ਵੇਲੇ ਜਦੋਂ ਇਹ ਰੋਏ ਨਾ ਦੋਵੇਂ ਜਣੇ, ਇੰਨਾ ਭਿਆਨਕ ਰੁਦਨ ਕੀਤਾ ਕਿ ਤਿੰਨਾਂ ਲੋਕਾਂ ਦੇ ਵਿੱਚ ਇਹਨਾਂ ਦੇ ਰੁਦਨ ਦੀ ਆਵਾਜ਼ ਨਾਲ ਤਿੰਨ ਲੋਕ ਕੰਬ ਗਏ। ਅਤਸ਼ੈ ਜਹ ਤੈ ਆਵ ਪੁਚਾਲਾ। ਭੁਚਾਲ ਆ ਗਿਆ, ਧਰਤੀ ਹਿੱਲਣ ਲੱਗ ਪਈ। ਦਿਸ਼ਾ ਤਪਤ ਜਨ ਦਵ ਵੱਡ ਲਾਗਾ। ਔਰ ਕਹਿੰਦੇ ਸੂਰਜ ਤਪਣ ਲੱਗਾ, ਮਾਨੋ ਜਿਵੇਂ ਅੱਗ ਲੱਗ ਗਈ ਹੋਵੇ, ਜੰਗਲਾਂ 'ਚ ਅੱਗ ਲੱਗ ਗਈ। ਉਲਕਾ ਪਾਤ ਅਗਨ ਜਿਮ ਜਾਗਾ। ਮਾਨੋ ਜਿਵੇਂ ਉਲਕਾ ਪਾਤ ਡਿੱਗਦੇ ਹੋਣ ਆਕਾਸ਼ ਵਿੱਚੋਂ ਅੱਗ ਦੇ। ਉਦੈ ਕੇਤ ਪਾ ਅਧਿਕ ਅੰਧੇਰਾ। ਕਹਿੰਦੇ ਅੰਧਕਾਰ ਹੀ ਇੱਕ ਵਾਰੀ ਮਚ ਗਿਆ। ਰਵ ਸ਼ਸ਼ ਪਰ ਵੇਖ ਕਨੇਰਾ। ਸੂਰਜ ਤੇ ਚੰਦਰਮਾ ਵੀ ਢੱਕੇ ਗਏ। ਬਿਨ ਘਨ ਗਰਜਤ ਹੈ ਵੱਡ ਜੋਰਾ। ਬਿਨਾਂ ਬੱਦਲਾਂ ਤੋਂ ਬੱਦਲ ਗਰਜਣ ਲੱਗੇ। ਸਿਵਾ ਸਵਾਨ ਖਰ ਬੋਲਤ ਘੋਰਾ। ਕਹਿੰਦੇ ਲੂੰਬੜੀਆਂ ਕੁੱਤੇ ਤੇ ਗਿੱਧਾਂ ਬੋਲਣ ਲੱਗੇ। ਵਹੀ ਪ੍ਰਚੰਡ ਵਾਯੂ ਦੁਖਕਾਰੀ। ਬੜੀ ਦੁੱਖ ਦੇਣ ਵਾਲੀ ਪ੍ਰਚੰਡ ਹਵਾ ਚੱਲਣ ਲੱਗੀ। ਜੜ ਤੇ ਉਖਰ ਜਾਹੇ ਤਰ ਭਾਰੀ। ਇੰਨੀ ਤੇਜ਼ੀ ਨਾਲ ਹਨੇਰੀ ਚੱਲੀ ਕਿ ਦਰਖਤ ਜੜ੍ਹਾਂ ਤੋਂ ਪੁੱਟੇ ਗਏ। ਘੋਰ ਸ਼ਬਦ ਸੁਨ ਸਰਬ ਬਿਹੰਗਾ। ਇਹ ਘੋਰ ਭਿਆਨਕ ਸ਼ਬਦ ਜਦੋਂ ਪੰਛੀਆਂ ਨੇ ਸੁਣਿਆ, ਗਿਰਹਿ ਲਿਡੈ ਤੇ ਜਨ ਹੋਇ ਭੱਗਾ। ਉਹ ਵੀ ਭੱਜੇ ਫਿਰਦੇ, ਸੱਜੇ ਖੱਬੇ ਉੱਡੇ ਫਿਰਦੇ ਡਰ ਕੇ। ਕਾਨਨ ਕੇ ਪਸ ਭਏ ਦੁਖਾਰੇ। ਜੰਗਲ ਵਿੱਚ ਜਿਹੜੇ
ਜਿਹੜੇ ਜਾਨਵਰ ਸਨ ਉਹ ਵੀ ਦੁਖੀ ਹੋ ਰਹੇ ਨੇ। ਭੈ ਕਰ ਮੂਤਰ ਮਲਾਦਿਕ ਡਾਰੇ, ਭੈ ਕਰਕੇ ਆਪਣੇ ਸਰੀਰ ਦੀ ਕਿਰਿਆ ਕਰ ਰਹੇ ਨੇ। ਧਰ ਪਰ ਧਾਰਾ ਧਰ ਪੁੰਧਾਰੀ, ਧਰਤੀ ਦੇ ਉੱਤੇ ਕਹਿੰਦੇ ਪਹਾੜ ਵੀ ਡਿੱਗਣ ਲੱਗੇ, ਡਗਮਗਾਉਣ ਲੱਗੇ। ਸ਼ਰਵ ਹੈ ਸਥਨ ਗੋਸ਼ ਰੋਣਿਤ ਸਾਰੀ, ਔਰ ਕਹਿੰਦੇ ਧਰਤੀ ਦੇ ਉੱਤੇ ਗਊਆਂ ਦਾ ਦੁੱਧ ਜਿਹੜਾ ਸੀ ਆਪਣੇ ਆਪ ਹੀ ਉਹ ਖੂਨ ਦੇ ਰੂਪ ਚ ਮਾਨੋ ਜਿਵੇਂ ਤਬਦੀਲ ਹੋ ਗਿਆ ਹੋਵੇ। ਸਰਬ ਅਮੰਗਲ ਪਿਕ ਪੈ ਕਾਰੇ, ਸਾਰੇ ਪਾਸੇ ਅਮੰਗਲ ਹੀ ਅਮੰਗਲ, ਬੜਾ ਡਰਾਉਣਾ ਮਾਹੌਲ ਬਣ ਗਿਆ। ਪ੍ਰਲੈ ਕਾਲ ਮਨੁਜ ਵਿਚਾਰੇ, ਔਰ ਪਰਲਾ ਕਾਲ ਲੋਕਾਂ ਨੇ ਸਮਝਿਆ ਵੀ ਬਸ ਹੁਣ ਪਰਲਾ ਹੋਵੇਗੀ। ਮਹਾਤਰਾਸ ਭਾ ਪ੍ਰਜਾ ਮਝਾਰੀ, ਸਾਰੀ ਪ੍ਰਜਾ ਚ ਬੜਾ ਡਰ ਤੇ ਭੈ ਹੋਇਆ। ਜਲਮੇ ਦੈਤ ਦੇਹ ਜਿਨ ਭਾਰੀ, ਬੜੇ ਭਾਰੇ ਸਰੀਰਾਂ ਵਾਲੇ ਦਾਨਵ ਪੈਦਾ ਹੋਏ। ਹੋਰਨ ਦਿਲ ਮੈਂ ਵਧਿਓ ਸਰੀਰਾ, ਥੋੜੇ ਹੀ ਦਿਨਾਂ ਚ ਇਹਨਾਂ ਦੇ ਸਰੀਰ ਵੱਧ ਗਏ। ਨਭ ਲੋ ਮੁਕਟ ਭਏ ਵੱਡ ਬੀਰਾ, ਬੜੇ ਬੜੇ ਵਿਸ਼ਾਲ ਸਰੀਰ ਕਾਇਆ ਦਾ ਇਹਨਾਂ ਦੇ ਹੋਏ। ਹਿਰੰਗਨਾਚ ਧਰ ਗਦਾ ਸੰਕਧੂ, ਤੇ ਕਹਿੰਦੇ ਹਿਰਣਾ ਕਸ਼ਪ ਪੈਦਾ ਹੋਇਆ, ਹਰਨਾਕਸ਼ ਪੈਦਾ ਹੋਇਆ। ਕੀਲ ਦਿਗ ਵਿਜੈ ਭਾਮਤ ਅੰਧੂ, ਇਹਨਾਂ ਨੇ ਸਾਰੀਆਂ ਦਿਸ਼ਾਵਾਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ। ਹੰਕਾਰ ਦੇ ਵਿੱਚ ਅੰਨੇ ਹੋ ਗਏ। ਜਿਉ ਖਗੇਸ਼ ਤੇ ਇਹ ਪੈ ਮਾਨੇ, ਕਹਿੰਦੇ ਜਿਵੇਂ ਗਰੜ ਤੋਂ ਜਿੰਨੇ ਸੱਪ ਨੇ ਭੈ ਮੰਨਦੇ ਨੇ, ਡਰ ਮੰਨਦੇ ਨੇ, ਤਿਉ ਰਣ ਤਜ ਸੂਰ ਸਰਬ ਭਲਾਨੇ, ਏਦਾਂ ਦੇਵਤੇ ਇਹਨਾਂ ਤੋਂ ਡਰਨ ਲੱਗ ਪਏ। ਦੇਵਤੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ। ਜਬ ਹੈ ਨਿਪੁੰਸਕ ਅਮਰ ਨਿਹਾਰੇ, ਜਦੋਂ ਦੇਵਤੇ ਕਾਇਰ ਬਣ ਕੇ ਲੁਕ ਗਏ, ਕਰ ਜਿਉ ਘੋਰ ਗਰਭ ਉਰ ਧਾਰੇ, ਇਹ ਫਿਰ ਘੋਰ ਹੰਕਾਰ ਦੇ ਵਿੱਚ ਗਰਜੇ। ਕਰ ਧਰ ਗਦਾ ਉਦਦ ਮਹਿ ਗਵਨਾ, ਮੋਢਿਆਂ ਤੇ ਗਦਾ ਧਾਰਨ ਕਰਕੇ ਫਿਰਦੇ ਜੰਗਲ ਵਿੱਚ, ਸਮੁੰਦਰ ਵਿੱਚ। ਭਇਓ ਬਰੁਣ ਕੋ ਜੇਠਾ ਭਵਨਾ, ਜਿੱਥੇ ਵਰਣ ਦੇਵਤਾ ਦਾ ਘਰ ਸੀ ਉੱਥੇ ਪਹੁੰਚ ਗਏ। ਕਹਿਣ ਲਗਿਓ ਤੁਮ ਸੂਰ ਕਹਾਵੋ, ਜਾ ਕੇ ਵਰਣ ਦੇਵਤਾ ਨੂੰ ਕਹਿੰਦੇ ਹੋ ਤੂੰ ਸੂਰਮਾ ਕਹੋ ਨਾ, ਹਮ ਸੋ ਉਠ ਕਰ ਜੁੱਧ ਮਚਾਵੋ, ਉੱਠ ਸਾਡੇ ਨਾਲ ਯੁੱਧ ਕਰ। ਸੁਨਿਓ ਕਾਲ ਮੈਂ ਹੋ ਬਲ ਭਾਰੀ, ਸੁਣਿਆ ਤੂੰ ਬੜਾ ਬਲੀ ਹੈ, ਪੂਰਬ ਜੀਤੇ ਤੋਹੇ ਸੁਰਾਰੀ, ਮੈਂ ਤੇਰੇ ਤੋਂ ਪਹਿਲਾਂ ਤੇਰੇ ਜਿੰਨੇ ਸਾਥੀ ਦੇਵਤੇ ਨੇ ਜਿੱਤ ਲਏ ਨੇ। ਸੁਨ ਕਰ ਬਰੁਣ ਕਹੀ ਅਸ ਬਾਨੀ, ਸੁਣ ਕੇ ਅੱਗੋਂ ਵਰਣ ਦੇਵਤਾ ਬੋਲਿਆ, ਮੈਂ ਨਹਿ ਤੇਰੇ ਜੋਰ ਸਮਾਨੀ, ਕਹਿੰਦਾ ਜੀ ਮੈਂ ਨਹੀਂ ਲੜ ਸਕਦਾ, ਤੇਰੇ ਬਰਾਬਰ ਮੇਰੇ ਕੋਲ ਜੋਰ ਨਹੀਂ। ਤੁਝੈ ਜੁੱਧ ਮੈਂ ਤੋਖਨ ਹਾਰੂ, ਮੈਂ ਤੈਨੂੰ ਯੁੱਧ 'ਚ ਸੰਤੁਸ਼ਟ ਨਹੀਂ ਕਰ ਸਕਦਾ। ਬਿਨ ਪਦਮਾ ਪਤ ਕੋ ਨ ਨਿਹਾਰੂ, ਤੈਨੂੰ ਜੇ ਕੋਈ ਯੁੱਧ 'ਚ ਸੰਤੁਸ਼ਟ ਕਰ ਸਕਦਾ ਤਾਂ ਉਹ ਭਗਵਾਨ ਵਿਸ਼ਨੂੰ ਹੈ। ਉਹ ਤੇਰੇ ਨਾਲ ਲੜ ਕੇ ਤੈਨੂੰ ਯੁੱਧ 'ਚ ਸ਼ਾਂਤ ਕਰ ਸਕਦਾ ਹੈ। ਜਾ ਹੋਰ ਸਾਤਲ ਮਿਦ ਤੁਧ ਤਾਈ, ਤੇ ਤੂੰ ਜੇ ਰਸਾਤਲ 'ਚ ਚਲਾ ਜਾਵੇਂ ਪਤਾਲ ਵਿੱਚ, ਹਨ ਹੈ ਠਾਨ ਵਿਸਾਲ ਲੜਾਈ, ਉੱਥੇ ਲੜ ਜਾ ਕੇ ਉੱਥੇ ਵਿਸ਼ਾਲ ਲੜਾਈ ਹੋਵੇਗੀ ਤੇਰੀ। ਇਤੀ ਕਥਾ ਇਹ ਲੱਖ ਮਰਦਾਨੇ, ਮਰਦਾਨਿਆਂ ਆਹ ਕਥਾ ਲਿਖੀ ਨਾ ਦਾਨਵਾਂ ਦੀ ਪੁਰਾਣਾ ਵਿੱਚ, ਗੁਰੂ ਨਾਨਕ ਸਾਹਿਬ ਕਹਿੰਦੇ ਆਹ ਕਥਾ ਇਦਾਂ ਇਹਨਾਂ ਰਾਖਸ਼ਾਂ ਦੀ ਲਿਖੀ ਹੋਈ ਆ ਪੁਰਾਣਾ ਵਿੱਚ। ਅਬ ਸੁਨ ਜਿਉ ਬਰਾਹ ਪ੍ਰਗਟਾਨੇ, ਹੁਣ ਇਹ ਤੇ ਸੀ ਦਾਨਵ, ਹੁਣ ਬਰਾਹ ਕਿਵੇਂ ਪੈਦਾ ਹੋਇਆ? ਹਰਨਾਕਸ਼ ਨੂੰ ਮਾਰਨ ਲਈ ਨਰ ਸਿੰਘ ਜੀ ਕਿਵੇਂ ਪੈਦਾ ਹੋਏ? ਉਹ ਵੀ ਪੁਰਾਣਾ ਵਿੱਚ ਲਿਖਿਆ ਹੋਇਆ। ਮਹਾਰਾਜ ਜੀ ਕਹਿੰਦੇ ਉਹ ਵੀ ਤੁਹਾਨੂੰ ਦੱਸਦੇ ਹਾਂ। ਕੱਛ ਮੱਛ ਬਰਾਹ ਅਵਤਾਰਾ, ਇਹ ਸਾਰੇ ਅਵਤਾਰ ਨੇ ਵਿਸ਼ਨੂੰ ਭਗਵਾਨ ਦੇ। ਤੋ ਇਹ ਕਿਵੇਂ ਅਵਤਾਰ ਹੋਇਆ ਬਰਾਹ ਦਾ? ਕਿਵੇਂ ਉਹਨੇ ਫਿਰ ਹਿਰਣਾ ਕਸ਼ਪ ਨਾਲ ਜੰਗ ਕੀਤਾ? ਉਹ ਲੜਾਈ ਕਿਵੇਂ ਹੋਈ? ਮਹਾਰਾਜ ਜੀ ਕਹਿੰਦੇ ਮਰਦਾਨਿਆਂ ਤੈਨੂੰ ਉਹ ਵੀ ਦੱਸ ਦਿੰਨੇ ਆ ਪੁਰਾਣਾ 'ਚ ਜਿਵੇਂ ਲਿਖਿਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਕਰਦਿਆਂ, ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ 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 ਕਰ ਨੌ ਨਿਦ ਆਵੈ ਧਾਏ ਕਰ ਨੌ ਨਿਦ ਆਵੈ ਧਾਏ ਕਰ ਨੌ ਨਿਦ ਆਵੈ ਤਾਏ ਕਰ ਨੌ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਆਏ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕਬਰ ਸਰਬ ਕਲਾ ਸਮਰਦ ਡੋਲਨ ਤੇ ਰਖੂ ਪ੍ਰਭੂ ਨਾਨਕ ਦੇ ਕਰ ਖਤ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਦੇਖ ਫੂਲ 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 ਅੰਗ त्याग त्याग देख फूल 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 अहं त्याग त्याग चरण कमल पाग चरण कमल पाग तो मेरो प्रभु सुभाग हर चेत मन मेरे देख फूल 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 त्याग त्याग देख फूल 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 हम त्याग त्याग सकन बस कूले सकन बस कूले सकन बस कूल बस कुल बस कूल सकन बस कूले सकन बस फूले रखे सुख कटूले सुख कठूले बसंत रुत आए बसंत रुत आए फूल तार है देख फूल 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 त्याग देख फूल 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 कमल पागे तुम मेरो प्रभु सुभागे हर चेत मन मेरे हर चेत मन मेरे देख फूल 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 त्याग देख फूल 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 त्याग दे परम फूल फूल मत परम फूल फूल देख फूल 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 त्याग देख फूल 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 त्याग चरण कमल पागे तुम लो प्रभु सुभागे हर चेत मन मेरे हर चेत मन मेरे देख फूल 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 हम त्याग देख फूल फूल
जिस मस्तक खले का मन रूत नाम रे, मन रूत नाम रे। गुण कह नानक हरे हरे, गुण कह नानक हरे हरे, हरे 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 हरे, हरे 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 हरे, हरे 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 हरे। देख भूल 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 त्याग, देख भूल 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 त्याग। चरण कमल पाग, तुम लो प्रभु सुभाग। हर चेत मन मेरे, हर चेत मन मेरे। देख भूल 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 त्याग, देख भूल 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 त्याग, त्याग त्याग, त्याग त्याग, त्याग त्याग, त्याग। तेरा कीता जे तो नाही मैनू जो कितो ए, मैं निर्गुणियारे को गुण नाही आपे तरते होई। तरतिया मैं रामत होई, सतगुर सज्जन मिलिया। नानक नाम मिले तजियो तन मन थी विहरिया। हर का नाम ते आए कहे हो घरे भाई, ए रुत सुहाई। वंड निर्म मौलिया अमृत फल पाई, मिल सत सुख जय लति सब छाई। नानक सिमरे एक नाम, फिर बाहुड़ न धाई। नानक सिमरे एक नाम, बाहुड़ न धाई। बसंत की वार महल पंजवा, इको ओंकार सतगुर प्रसाद। हर का नाम ते आए कै हो हरिया पाए, कर्म लिखन ते पाइए ए रुत सुहाई। वाण तिन त्रै पौण मौलिया, अमृत फल पाए। मिल साधो सुख उपजै, लते सब छाए। नानक सिमरै एक नाम, फिर बोड़ ना दाए। वात वजन टमक फेरिया, मल लथे लेंदे फेरिया। निहत्ते पंज जुआन में, गुर थापी दिती कंड जियो। पंजे बदे महाबली कर सजट होआ, बायल में दखड़ोआ। सुख समट गए नित नमन रोआ। दिन नाम ते आएदा फिर पाए न मोआ, जिसते उपजे नानका सोई फिर होआ। जिसते उपजे नानका सोई फिर हो। पंजे बदे महाबली कर सच्चा ढोआ, अपने चरण च पायल विच दखड़ोआ। रोग शोग सब मिट गए नित नमन रोआ। दिन रैन नाम ते आएदा फिर पाए नामोआ। जिस ते उपजया नानका सोई फिर होआ। जिस ते उपजया नानका सोए फिर होआ। अकिरत कणा का करे उधार। अकिरत कणा का करे उधार। प्रभु मेरा है सदा दया, प्रभु मेरा है सदा दया। अकिरत कणा का करे उधार। अकिरत कणा का करे उधार। प्रभु मेरा है सदा दया, प्रभु मेरा है
सदा दयार अकिरत कना का करे उदार अकिरत कना का करे उदार। संत जना का सदा सहाई संत जना का सदा सहाई चरण शरण नानक गत पाए अकिरत कना का करे उधार अकिरत कना का करे उधार। प्रभ मेरा है सदा दयार प्रभ मेरा है सदा दयार अकिरत कना का करे उदार अकिरत कना का करे उधार। गौ कुचारे सर दूर गौ कुचारे सर दूर कौड़ी का लखुआ मुँह कौड़ी का लखुआ मुँह बकरी को हस्ती प्रतिपाले बकरी को हस्ती प्रतिपाले अपना प्रभु नदर निहाले अपना प्रभु नदर निहाले अकिरत कना का करे उधार अकिरत कना का करे उधार। प्रभ मेरा है सदा दयार